ਪਿਆਰੇ ਵਿਦਿਆਰਥੀਓ, ਅੱਜ ਅਸੀਂ ਦੋ ਚੈਪਟਰ ਸਮਝਣ ਦੀ ਕੋਸ਼ਿਸ਼ ਕਰਾਂਗੇ। ਹਾਰਡਵੇਅਰ ਕਨਸੈਪਟ, ਮੈਮਰੀ ਸਿਸਟਮ ਆਫ ਕੰਪਿਊਟਰ, ਕਿਹਦੇ ਵਿੱਚ ਫੰਡਾਮੈਂਟਲ ਆਫ ਈ ਬਿਜ਼ਨਸ ਵਿੱਚ। ਵੇਖੋ, ਤੁਹਾਨੂੰ ਦੱਸਿਆ ਕਿ ਟੌਪਿਕ ਸਾਡੇ ਜਿਹੜੇ ਹੈਗੇ ਨੇ ਬਹੁਤ ਇੰਪੋਰਟੈਂਟ ਨੇ। ਇਹ ਸਾਡੇ ਜਿਹੜੇ ਦੋ ਲੈਸਨ ਕਵਰ ਹੋ ਜਾਣਗੇ ਅੱਜ। ਇਹਦੇ ਵਿੱਚ ਤੁਹਾਨੂੰ ਸਮਝਣ ਵਿੱਚ ਬਹੁਤ ਆਸਾਨੀ ਹੋ ਜਾਏਗੀ ਕਿ ਹਾਰਡਵੇਅਰ ਕੀ ਹੁੰਦਾ ਆ ਤੇ ਮੈਮਰੀ ਸਿਸਟਮ ਕਿਸ ਤਰ੍ਹਾਂ ਕੰਮ ਚੱਲਦਾ ਹੈਗਾ ਆ। ਤੇ ਫੰਡਾਮੈਂਟਲ ਆਫ ਈ ਬਿਜ਼ਨਸ ਜਿਸ ਤਰ੍ਹਾਂ ਆਪਾਂ ਜਾਣਦੇ ਹੀ ਆ ਕਿ ਸਾਡਾ ਕਿੱਤਾ ਮੁਖੀ ਵਿਸ਼ਾ ਹੈਗਾ ਆ। ਇੱਕ ਵਾਰ ਇਹਨੂੰ ਪੜ੍ਹਨ ਦੇ ਬਾਅਦ ਬਹੁਤ ਸਾਰੀਆਂ ਜੌਬ ਸਾਡੇ ਵਾਸਤੇ ਖੁੱਲ ਜਾਂਦੀਆਂ ਹੈਗੀਆਂ ਨੇ। ਤੇ ਹੁਣ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਦੋ ਚੈਪਟਰ ਹੈਗੇ ਨੇ ਇਹਦੇ ਵਿੱਚ ਬੇਸਿਕ ਕਨਸੈਪਟ ਜਿਹੜਾ ਫਸਟ ਆਫ ਆਲ ਆਪਾਂ ਡਿਸਾਈਡ ਕਰਾਂਗੇ ਉਹ ਕੀ ਹੈਗਾ ਆ, ਹਾਰਡਵੇਅਰ ਕੰਪੋਨੈਂਟਸ। ਸਾਡੇ ਕੋਲ ਹਾਰਡਵੇਅਰ ਕੰਪੋਨੈਂਟਸ ਕਿਹੜੇ-ਕਿਹੜੇ ਨੇ ਤੇ ਇਹਦਾ ਕੀ ਯੂਜ਼ ਹੁੰਦਾ। ਇਹ ਕੰਪਿਊਟਰ ਇਜ਼ ਮੇਡ ਅਪ ਆਫ ਡਿਫਰੈਂਟ ਹਾਰਡਵੇਅਰ ਕੰਪੋਨੈਂਟ, ਈਚ ਆਫ them ਸਰਵ ਐਜ਼ ਅ ਸਪੈਸਿਫਿਕ ਪਰਪਸ। ਕੋਈ ਨਾ ਕੋਈ ਦਾ ਪਰਪਸ ਹੁੰਦਾ ਨਾ ਜਿਹਦੇ ਵਾਸਤੇ ਉਹਨੂੰ ਆਪਾਂ ਇਸਤੇਮਾਲ ਕਰ ਰਹੇ ਹੈਗੇ ਆ। ਉਹ ਜਿਹੜਾ ਹਾਰਡਵੇਅਰ ਕੰਪੋਨੈਂਟ ਹੈਗੇ ਆ, ਸਾਨੂੰ ਪਤਾ ਹੋਣਾ ਚਾਹੀਦਾ ਕਿ ਆਪਾਂ ਉਹਨੂੰ ਟੱਚ ਕਰ ਸਕਦੇ ਹੈਗੇ ਆ। ਇਸ ਕਰਕੇ ਆਪਾਂ ਉਹਨੂੰ ਹਾਰਡਵੇਅਰ ਕਹਿੰਦੇ ਆ ਨਾ। CPU ਹੋ ਗਿਆ, ਮੈਮਰੀ ਹੋ ਗਈ, ਇਨਪੁਟ ਡਿਵਾਈਸਸ ਹੋ ਗਈਆਂ, ਆਊਟਪੁੱਟ ਡਿਵਾਈਸਸ ਹੋ ਗਈਆਂ, ਜਿੰਨੀਆਂ ਸਟੋਰੇਜ ਡਿਵਾਈਸਸ ਹੁੰਦੀਆਂ ਨੇ, ਮਦਰਬੋਰਡ ਨੇ, ਪਾਵਰ ਸਪਲਾਈ ਆ, ਕੂਲਿੰਗ ਸਿਸਟਮ ਆ, ਇਹ ਸਾਰਾ ਕੁਝ ਜੁੜ ਕੇ ਕੀ ਬਣਦਾ ਹੈਗਾ ਆ, ਹਾਰਡਵੇਅਰ ਕੰਪੋਨੈਂਟਸ ਹੈਗੇ ਨੇ। ਇਹ ਹਾਰਡਵੇਅਰ ਹੈ ਕੰਪਿਊਟਰ ਦਾ। ਤੇ ਸਾਨੂੰ ਇਹਦੀ ਸਮਝ ਹੋਣੀ ਚਾਹੀਦੀ ਹੈਗੀ ਆ ਕਿ ਕਿਸੇ ਸੌਫਟਵੇਅਰ ਦੇ ਨਾਲ ਆਪਾਂ ਇਹਨੂੰ ਜੋੜਾਂਗੇ ਨਾ। ਪਰ ਅੱਜ ਦਾ ਚੈਪਟਰ ਸਾਡਾ ਕਿਤੇ ਕਨਸੈਂਟਰੇਟ ਕਰ ਰਿਹਾ ਹੈਗਾ ਹਾਰਡਵੇਅਰ ਕੰਪੋਨੈਂਟਸ ਤੇ, ਤਾਂ ਕਿ ਆਪਾਂ ਸਮਝ ਸਕੀਏ ਕਿ ਹਾਰਡਵੇਅਰ ਕੀ ਹੁੰਦੇ, ਕਿਉਂਕਿ ਬਹੁਤ ਸਾਰੀਆਂ ਜੌਬ ਓਪਰਚੁਨਿਟੀਜ਼ ਇਹਦੇ ਵਿੱਚ ਵੀ ਹੈਗੀਆਂ ਨੇ। ਐਜ਼ ਅ ਕਨਸੈਪਟ ਆਪਾਂ ਇਹਨੂੰ ਪੜ੍ਹ ਲਾਂਗੇ ਤੇ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਵੀ ਸਾਡੇ ਲਈ ਆਸਾਨੀ ਹੋ ਜਾਏਗੀ। ਹੁਣ ਸਭ ਤੋਂ ਪਹਿਲਾ ਕਨਸੈਪਟ ਬਹੁਤ ਡਿਟੇਲ ਵਿੱਚ ਬਾਰ-ਬਾਰ ਰਿਪੀਟ ਹੁੰਦਾ ਹੈਗਾ ਆ ਕੰਪਿਊਟਰਸ ਵਿੱਚ, ਉਹ ਆ ਇਨਪੁਟ ਡਿਵਾਈਸਸ। ਕਿ ਸਾਡੇ ਕੋਲ ਇਨਪੁਟ ਡਿਵਾਈਸਸ, ਪਹਿਲੀ ਗੱਲ ਤਾਂ ਆਪਾਂ ਸਮਝੀਏ ਕਿ ਕੀ ਨੇ। Input devices are hardware components that are used to input data and instruction into a computer। ਹੁਣ ਜਿਹੜਾ ਸਾਡਾ ਕੰਪਿਊਟਰ ਆ, ਅਸੀਂ ਇਹਨੂੰ ਕੁਝ ਦੱਸਣਾ ਚਾਹੁੰਦੇ। ਮੰਨ ਲਓ ਮੈਂ ਲਿਖ ਰਿਹਾ ਤੇ ਮੈਂ ਚਾਹੁੰਦਾ ਕਿ ਜੋ ਮੈਂ ਲਿਖਾਂ ਇਹਨੂੰ ਪਤਾ ਲੱਗ ਜਾਵੇ। ਮੈਂ ਬੋਲ ਰਿਹਾ, ਮੈਂ ਚਾਹੁੰਦਾ ਕਿ ਜੋ ਬੋਲ ਰਿਹਾ ਇਹਨੂੰ ਮਿਲ ਜਾਵੇ। ਜੋ ਮੈਂ ਵੀਡੀਓ ਰਿਕਾਰਡ ਕਰ ਰਿਹਾ ਉਹ ਮਿਲ ਜਾਵੇ। ਹੁਣ ਆ ਆਡੀਓ, ਵੀਡੀਓ, ਰਿਟਨ ਡੇਟਾ, ਇਹ ਉਹਨੂੰ ਮਿਲੂਗਾ ਕਿਸ ਤਰ੍ਹਾਂ? ਉਹ ਉਹਨੂੰ ਮਿਲੂਗਾ ਇਨਪੁਟ ਡਿਵਾਈਸਸ ਤੋਂ। ਮੰਨ ਲਓ ਮੈਂ ਲਿਖਣਾ ਤਾਂ ਮੈਂ ਕਿਸ ਤਰ੍ਹਾਂ ਲਿਖਾਂਗਾ? ਕੀਬੋਰਡ ਨਾਲ ਮੈਂ ਲਿਖ ਲਵਾਂਗਾ ਨਾ। ਅਗਰ ਮੈਂ ਬੋਲਣਾ ਹੈ ਤਾਂ ਮੈਂ ਕਿੱਥੋਂ ਬੋਲ ਰਿਹਾ? ਮੈਂ ਮਾਈਕ੍ਰੋਫੋਨ ਤੋਂ ਬੋਲ ਰਿਹਾ ਹੈਗਾ ਆ। ਅਗਰ ਮੈਂ ਆਪਣਾ ਵੀਡੀਓ ਰਿਕਾਰਡ ਕਰਨਾ ਹੈਗਾ ਤਾਂ ਮੈਂ ਕਿੱਥੋਂ ਕਰ ਸਕਦਾ ਹੈਗਾ? ਡਿਜੀਟਲ ਕੈਮਰਾ ਤੋਂ ਕਰ ਸਕਦਾ ਹੈਗਾ। ਹੁਣ ਇਹ ਸਾਰੀਆਂ ਚੀਜ਼ਾਂ ਇੰਸਟਰਕਸ਼ਨਸ ਦਿੰਦੀਆਂ ਨੇ, ਡਾਟਾ ਨੂੰ ਇਨਪੁਟ ਦਿੰਦੀਆਂ ਨੇ ਕੰਪਿਊਟਰ ਸਿਸਟਮ ਨੂੰ। ਕੰਪਿਊਟਰ ਨੂੰ ਇਹ ਤੋਂ ਪਤਾ ਲੱਗਦਾ ਕਿ ਮੈਨੂੰ ਇੰਸਟਰਕਸ਼ਨ ਕੀ ਮਿਲ ਰਹੀ ਹੈਗੀਆਂ। ਤੇ ਫਿਰ ਸਾਡੇ ਆਨਸਰ ਕੀ ਹੋਏ? ਕੀਬੋਰਡ, ਮਾਊਸ, ਟੱਚ ਪੈਡ, ਸਕੈਨਰ, ਮਾਈਕ੍ਰੋਫੋਨ, ਡਿਜੀਟਲ ਕੈਮਰਾ, ਬਾਰਕੋਡ ਰੀਡਰ, ਜੋਇਸਟਿਕ। ਬਾਰਕੋਡ ਰੀਡਰ ਤੁਸੀਂ ਵੇਖਿਆ ਹੋਊਗਾ ਨਾ, ਅਸੀਂ ਸ਼ਾਪਸ ਤੇ ਜਾਂਦੇ ਹੈਗੇ, ਉਹ ਕਿਸੇ ਵੀ ਪ੍ਰੋਡਕਟ ਤੇ ਉਹਨਾਂ ਨੇ ਬਾਰਕੋਡ ਦਿੱਤਾ ਹੁੰਦਾ ਨਾ, ਉਹ ਇੱਕ ਮਸ਼ੀਨ ਹੁੰਦੀ ਆ, ਉਹਨੂੰ ਸਕੈਨ ਕਰ ਲੈਂਦੀ ਹੈਗੀ ਆ, ਸਾਨੂੰ ਉਹਦਾ ਪ੍ਰੋਡਕਟ ਦਾ ਨਾਮ, ਨੰਬਰ, ਸਾਰਾ ਕੁਝ ਉਹਦਾ ਪ੍ਰਾਈਸ ਉੱਤੇ ਕੰਪਿਊਟਰ ਤੇ ਆ ਜਾਂਦਾ ਹੈਗਾ ਆ। ਜੋਇਸਟਿਕ ਤੁਸੀਂ ਕਿੱਥੇ ਵੇਖੀ ਹੋਏਗੀ? ਵੀਡੀਓ ਗੇਮਸ ਵਿੱਚ ਵੇਖੀ ਹੋਏਗੀ। ਤੇ ਆ ਸਾਰੀਆਂ ਚੀਜ਼ਾਂ ਇੰਸਟਰਕਸ਼ਨ ਇਨਪੁਟ ਕਰ ਰਹੀਆਂ ਹੈਗੀਆਂ ਨੇ। ਇਸ ਕਰਕੇ ਆਪਾਂ ਇਹਨਾਂ ਨੂੰ ਕਹਿੰਦੇ ਆ ਇਨਪੁਟ ਡਿਵਾਈਸਸ। ਉਹ ਯੰਤਰ ਹੈਗੇ ਨੇ, ਉਹ ਡਿਵਾਈਸਸ ਨੇ ਜਿਹੜੀਆਂ ਕਿ ਨਿਰਦੇਸ਼ ਨੂੰ ਇਨਪੁਟ ਦੇ ਰਹੀਆਂ ਨੇ, ਕੰਪਿਊਟਰ ਨੂੰ ਦੱਸ ਰਹੀਆਂ ਨੇ ਕਿ ਅਸੀਂ ਕੀ ਕਹਿਣਾ ਚਾਹੁੰਦੇ ਆ। ਹੁਣ ਇਸ ਤੋਂ ਬਾਅਦ ਕੁਝ ਪ੍ਰੋਸੈਸਿੰਗ ਡਿਵਾਈਸਸ ਵੀ ਹੋਣਗੀਆਂ ਜਿਹੜੀਆਂ ਕਿ ਉਸ ਡੇਟਾ ਨੂੰ ਪ੍ਰੋਸੈਸ ਕਰਨਗੀਆਂ, ਜਿਹਨੂੰ ਆਪਾਂ CPU ਵੀ ਕਹਿ ਦਿੰਦੇ ਆ, ਸੈਂਟਰਲ ਪ੍ਰੋਸੈਸਿੰਗ ਯੂਨਿਟ ਕਹਿੰਦੇ ਵੀ ਇਹ ਦਿਮਾਗ ਆ, ਬ੍ਰੇਨ ਆਫ ਏ ਕੰਪਿਊਟਰ। ਕਿਉਂ? ਕਿਉਂਕਿ ਇਹ ਰਿਸਪੌਂਸਿਬਲ ਹੁੰਦਾ ਐਗਜ਼ੀਕਿਊਸ਼ਨ ਕਰਨ ਵਿੱਚ, ਇੰਸਟਰਕਸ਼ਨ ਐਂਡ ਪਰਫਾਰਮਿੰਗ ਕੈਲਕੂਲੇਸ਼ਨ। ਜਿੰਨੀਆਂ ਵੀ ਨਿਰਦੇਸ਼ਾਂ ਨੂੰ ਲਾਗੂ ਕਰਨਾ, ਉਹਨਾਂ ਨੂੰ ਗਿਣਨਾ ਹੈਗਾ ਆ, ਇਹਦੀ ਸਾਰੀ ਜ਼ਿੰਮੇਵਾਰੀ ਕਿਤੇ ਹੈਗੀ ਆ, ਇਹ ਸਾਡੇ CPU ਤੇ ਆ। ਹੁਣ ਇਹਦੇ ਵਿੱਚ ਕੀ ਹੋ ਸਕਦਾ? ਮਦਰਬੋਰਡ ਹੋ ਸਕਦਾ ਹੈਗਾ, ਵੀਡੀਓ ਕਾਰਡ ਵੀ ਹੋ ਸਕਦਾ ਜਿਹੜਾ ਵੀਡੀਓ ਨੂੰ ਦਿਸ਼ਾ ਨਿਰਦੇਸ਼ ਦੇ ਰਿਹਾ ਹੁੰਦਾ, ਪ੍ਰੋਸੈਸ ਕਰ ਰਿਹਾ। ਸਾਊਂਡ ਕਾਰਡ ਕੀ ਹੋ ਸਕਦਾ? ਜਿਹੜਾ ਸਾਊਂਡ ਨੂੰ ਦਿਸ਼ਾ ਨਿਰਦੇਸ਼ ਦੇ ਰਿਹਾ ਹੈਗਾ, ਉਹਨੂੰ ਪ੍ਰੋਸੈਸ ਕਰ ਰਿਹਾ ਹੈਗਾ ਆ। ਤੇ ਇਹ ਸਾਰੀਆਂ ਪ੍ਰੋਸੈਸਿੰਗ ਯੂਨਿਟ ਜਿਹੜੀਆਂ ਹੈਗੀਆਂ ਨੇ ਆਪਾਂ CPU ਦੇ ਨਾਲ ਬਿਨੇ ਹੈਗੇ ਆ। ਤੇ ਆ ਸਾਰੀਆਂ ਡਿਵਾਈਸ ਕੰਮ ਕਰਦੀਆਂ ਹੈ ਹਾਰਡਵੇਅਰ ਹੀ ਨੇ। ਇਹ ਆਪਾਂ ਸਮਝ ਕੇ ਚੱਲਣਾ ਕਿ ਇਹ ਜਿੰਨੀਆਂ ਡਿਵਾਈਸਸ ਆਪਾਂ ਪੜ ਰਹੇ ਆ, ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਆ ਕਿ ਇਹ ਹਾਰਡਵੇਅਰ ਨੇ। ਤੇ ਇਹਦੇ ਵਿੱਚ ਆਪਾਂ ਪਹਿਲਾਂ ਇਨਪੁਟ ਸਮਝੇ, ਫਿਰ ਪ੍ਰੋਸੈਸਿੰਗ ਡਿਵਾਈਸ ਸਮਝੀਆਂ। ਹੁਣ ਆਪਾਂ ਅੱਗੇ ਕੀ ਆਏਗਾ ਖੁਦ ਦੱਸੋ ਬੱਚਿਓ। ਇਸ ਤੋਂ ਬਾਅਦ ਕੀ ਹੁੰਦਾ ਹੁੰਦਾ? ਆਊਟਪੁੱਟ ਡਿਵਾਈਸਸ। ਆਊਟਪੁੱਟ ਡਿਵਾਈਸਸ ਪਹਿਲਾਂ ਵੀ ਆਪਾਂ ਪਿਛਲੇ ਚੈਪਟਰਸ ਵੀ ਸਮਝਣ ਦੀ ਕੋਸ਼ਿਸ਼ ਕੀਤੀ ਸੀ। ਇਸ ਤਰ੍ਹਾਂ ਦੀ ਡਿਵਾਈਸ ਹੁੰਦੀਆਂ ਨੇ ਜਿਹੜੀਆਂ ਕਿ ਜੋ ਡੇਟਾ ਪ੍ਰੋਸੈਸ ਹੋ ਗਿਆ ਉਹਨੂੰ ਪ੍ਰੈਜ਼ੈਂਟ ਕਰਦੀਆਂ ਨੇ। ਕਿਸ ਤਰ੍ਹਾਂ ਦੇ ਫਾਰਮ 'ਚ? ਜਿਹੜਾ ਕਿ ਹਿਊਮਨ ਪੜ ਸਕਦੇ ਹੈਗੇ ਨੇ, ਹਿਊਮਨ ਦੇ ਪ੍ਰੈਜ਼ੈਂਟੇਬਲ ਹੋਵੇ, ਉਹਨੂੰ ਰੀਡੇਬਲ ਹੋਵੇ, ਉਹ ਪੜ ਪਾਵੇ। ਹੁਣ ਇਹਦੇ ਵਿੱਚ ਕੀ ਕੀ ਆਨਸਰ ਹੋ ਸਕਦਾ? ਉਹ ਕਿਹੜੀਆਂ ਡਿਵਾਈਸ ਨੇ? ਸਾਡਾ ਮੋਨੀਟਰ ਹੋ ਸਕਦਾ, ਜਿੱਤੇ ਆਪਾਂ ਪੜ ਰਹੇ ਹੁੰਦੇ ਆ, ਵੇਖ ਰਹੇ ਹੁੰਦੇ ਆ, ਮੂਵੀਜ਼ ਚਲਾ ਰਹੇ ਹੁੰਦੇ ਆ, ਉਹ ਸਾਰੇ ਮੋਨੀਟਰ ਜਿਹੜੇ ਵੀ ਆ। ਪ੍ਰੋਜੈਕਟਰ ਹੋ ਸਕਦੇ, ਆਪਾਂ ਕਲਾਸਰੂਮ 'ਚ ਵੇਖੇ ਨਾ ਪ੍ਰੋਜੈਕਟਰ ਵੀ ਲੱਗੇ ਹੋਏ
सकते ने, प्रिंटर हो सकते ने, जिहड़ा आउटपुट मान लो मैं कुछ लिखिया इनपुट ना प्रोसैस होया, फिर वो मैनू मिल रहा है एक पेज दे उत्ते, वो किन्ने दिता मैनू, वो प्रिंटर ने दिता ना। मान लो मैं बोल रहा, मैं इनपुट दिती, माइक्रोफोन ने उन्होंने लै लिया, फिर प्रोसैस होया CPU मदरबोर्ड वालों, साउंड कार्ड वालों, ते बाद विच ओहदी आउटपुट किन्ने दिती, स्पीकर ने। सी क्लासरूम च लगाए है ना, जो चीज़ें बोल के दस रहे होंगे ने उन्होंने आपां की कहने स्पीकर, वो डिवाइसिस जिहड़ियां कि बोल के दस रही होंदियां ने, उन्हां चों आवाज़ आ रही होंदियां ने, वो साडे स्पीकर होंदे ने। ते फिर आ सारे कंपोनेंट जिन्होंने आपां डिवाइसिस समझ रहे हो किहड़ियां ने आउटपुट डिवाइसिस, मॉनीटर, प्रिंटर, स्पीकर, प्रोजैक्टर, ये सब जिहड़े कि आउटपुट दे रही ने उस फॉर्म च जिन्हों ह्यूमन पढ़ सकते हैं, उन्होंने अंडरस्टैंड कर सकते हैं, उस फॉर्म में सानू ये प्रेजेंट कर रही हैगियां ने। इस करके इन्हां दा बहुत महत्व है। आ तीन बेसिक चीज़ां ने जिहड़ियां बार बार रिपीट होणगियां, अगर एक बार आपां समझ लिया इन्हां नूं ते बड़ा ही आसान हो जाता है पूरा IIT दे स्ट्रक्चर नूं समझना, कंप्यूटर डिवाइसिस नूं समझना, एक कंप्यूटर सिस्टम नूं समझना कि की हुंदा आ, ते हार्डवेयर भी अपने आप च पूरा एक स्कोप रखदा है किसी भी जॉब वास्ते, किसी भी एग्जामिनेशन पॉइंट ऑफ व्यू वास्ते, ते असीं आपां इहनूं समझ के चलना। इस तो बाद बच्चों साडे मैमरी स्टोरेज डिवाइसिस भी होंदियां ने। अक्सर साडा जिहड़ा कंप्यूटर हैगा आ, इहदे च कुछ मैमरी भी तो होएगी ना, जिहड़ी इंस्ट्रक्शन आपां दे रहे हो किते रिकॉर्ड भी तो हो रही हैगी आ, वो स्टोर भी तो हो रही हैगी आ, मगर ये बहुत है, इन होर डिटेल च आपां पढ़ांगे। पहला आपां एज ए डिवाइस इहनूं समझ लीए कि जिहड़ी रैम आ, रैंडम एक्सेस मैमरी हैगी आ, वो इहदे च लगी होएगी। साडी हार्ड ड्राइव जिहनूं आपां कहदे ने ना, वो असल च की हुंदा HDD, हार्ड डिस्क ड्राइव। ये जिहड़ी आ हुण नवें फॉर्म च किहड़ी आ गईयां, सॉलिड स्टेट ड्राइव। इहदे च कोई घुम्मण वाले कंपोनेंट नहीं ना हुंदे, इहनूं कहंदे आ सॉलिड स्टेट ड्राइव्स। ये भी साडे कंप्यूटर च लगियां होईयां ने, उहदे विच डेटा स्टोर हो रहा हैगा। अच्छा, USB ड्राइव्स तुसीं वेखिया होणा, अक्सर आपां कहंदे ना पेन ड्राइव लैके आओ, उहदे च डेटा पा दो। ये की हैगियां ने, USB ड्राइव्स होंदियां ने, ये भी साडीआं मैमरी डिवाइस ने ना, उहदे च कोई भी डाटा आपां पा दिंदे आ, तुसीं घरों लिया सकदे जे असीं तुहानूं दे सकदे हैगे आ। ते पेन ड्राइव जिहनूं आपां कह दिंदे नॉर्मल फॉर्म च, असल च USB च लगदियां ने ना, इस करके वो असल च USB ड्राइव्स हैगियां ने, मगर वो साडा डेटा नूं स्टोर करदियां हैगियां ने। होर तुसीं वेखिया होगा खास करके मैमरी कार्ड। मैमरी कार्ड कित्थे वेखिया सी, तुसीं दसो जी। ਅਸੀਂ ਵੇਖਦੇ ਹੈਗੇ ਆ ਸਾਡੇ ਮੋਬਾਈਲਸ ਵਿੱਚ, ਮੋਬਾਈਲਸ ਮੈਮਰੀ ਕਾਰਡ ਲੱਗੇ ਹੁੰਦੇ ਆ ਨਾ, ਉਹਦੇ ਚ ਆਪਾਂ ਡੇਟਾ ਪਾ ਸਕਦੇ ਹੈਗੇ, ਸਾਡੇ ਮੋਬਾਈਲ ਦਾ ਡਾਟਾ ਟ੍ਰਾਂਸਫਰ ਕਰ ਸਕਦੇ ਆ। ਮੈਂ ਮੰਨ ਲਓ ਤੁਹਾਨੂੰ ਦੇਣਾ ਚਾਹੁੰਦਾ, ਤੁਸੀਂ ਉਹਨੂੰ ਆਪਣੇ ਮੋਬਾਈਲ 'ਚ ਲਗਾ ਲਓ ਤੇ ਮੇਰਾ ਕਾਰਡ ਜਿਹੜਾ ਹੈਗਾ ਸੀ ਉਹ ਤੁਹਾਨੂੰ ਅਵੇਲੇਬਲ ਹੋ ਜਾਏਗਾ। ਤੇ ਇਹ ਸਾਰੀਆਂ ਡਿਵਾਈਸਿਸ ਕਿਹੜੀਆਂ ਨੇ, ਮੈਮਰੀ ਡਿਵਾਈਸਿਸ ਨੇ। ਇਹਦਾ ਵੀ ਇਸਤੇਮਾਲ ਅਸੀਂ ਅਕਸਰ ਆਪਣੇ ਬੱਚੇ ਵੀ ਵੇਖਦੇ ਹੈਗੇ ਨੇ, ਤੁਹਾਨੂੰ ਵੀ ਇਹਦੇ ਬਾਰੇ ਪਤਾ ਹੋਊਗਾ ਇਹ ਕਨਸੈਪਟ, ਪਰ ਸਾਨੂੰ ਪਤਾ ਹੋਣਾ ਚਾਹੀਦਾ ਇਹਦੇ ਕੁਐਸਚਨ ਦਾ ਆਨਸਰ, ਕਿ ਅਗਰ ਸਾਨੂੰ ਪਤਾ ਆ ਜੇ ਮੈਮਰੀ ਡਿਵਾਈਸਿਸ ਕਿਹੜੀਆਂ ਕਿਹੜੀਆਂ ਨੇ ਤੇ ਆਪਾਂ ਫਾਈਲ लिख सकीए, सानू ये याद होनी चाहिए, इहदी सानू समझ होनी चाहिए कि आपां इत्थे किन्नू वेखिया सी, क्योंकि कॉन्सैप्ट नूं समझना बहुत जरूरी हैगा। फिर असीं वेखने हैगे कनैक्टिंग डिवाइसिस, ਜਿਹੜੀਆਂ ਕਿ ਬਹੁਤ ਜਦੋਂ ਕੰਪਿਊਟਰ ਚੱਲ ਰਿਹਾ ਹੈਗਾ ਉਹ ਸਾਰੇ ਸਿਸਟਮ ਵਿੱਚ ਇੱਕ ਕੰਪਿਊਟਰ ਨੂੰ ਦੂਸਰੇ ਕੰਪਿਊਟਰ ਨਾਲ ਜੋੜਨ ਵਾਸਤੇ, ਇੱਕ ਤਾਂ ਡੇਟਾ ਦੂਸਰੇ ਕੰਪਿਊਟਰ ਨੂੰ ਡਾਟਾ ट्रांसफर करने वास्ते बहुत सारी डिवाइसिस लगदियां ने। इन्हां च बहुत सारे तुसीं वेखिया होणियां सिंपल केबल्स, जिन्नियां भी केबल्स तुसीं वेंदे जे असल जो किते ना किते कनैक्टिंग डिवाइस ते हुंदियां ने ना, ਉਹ HDMI भी हो सकदी है, ਉਹ ਸਾਡੀਆਂ USB ਨਾਲ ਵੀ ਕਈ ਲੱਗ ਰਹੀਆਂ ਹੁੰਦੀਆਂ ਨੇ, ਉਹ ਸਾਡੀਆਂ VGA ਨਾਲ ਵੀ ਲੱਗ ਰਹੀਆਂ ਹੁੰਦੀਆਂ ਨੇ। ਇਹ ਸਾਰੀਆਂ ਜਿਹੜੀਆਂ ਵੀ ਕੇਬਲਸ ਆਪਾਂ ਵੇਖਦੇ ਹੈਗੇ ਆ, ਇਹ ਸਾਰੀਆਂ ਸਾਡੀਆਂ ਕਨੈਕਟਿਡ ਡਿਵਾਈਸ ਹੁੰਦੀਆਂ। ਇਹਦੇ ਵਿੱਚ ਇੱਕ ਬੜੀ ਵੱਡੀ ਖੋਜ ਹੋਈ ਆ USB ਵਾਲੀ, ਯੂਨੀਵਰਸਲ ਸੀਰੀਅਲ ਬਸ ਜਿਹਨੂੰ ਆਪਾਂ ਕਹਿੰਦੇ ਆ। ਉਹ USB ਵਿੱਚ ਪੈਨ ਡਰਾਈਵ ਵੀ ਲੱਗ ਜਾਂਦੀ, ਅਸੀਂ ਵੇਖਿਆ ਹੋਣਾ ਮਾਊਸ ਵੀ ਆਪਾਂ ਲਗਾ ਰਹੇ ਹੁੰਦੇ ਆ, ਤੇ ਉਹ ਕਰ ਕੀ ਰਿਹਾ, ਕਨੈਕਟ ਕਰ ਰਿਹਾ ਨਾ ਮਾਊਸ ਨੂੰ ਕਿਹਦੇ ਨਾਲ ਕਰ ਰਿਹਾ, ਕੰਪਿਊਟਰ ਨਾਲ। ਸਾਡੇ ਕੀਬੋਰਡ ਨੂੰ ਕਿਹਦੇ ਨਾਲ ਕਰ ਰਿਹਾ, ਕੰਪਿਊਟਰ ਦੇ ਨਾਲ। ਅਸੀਂ ਤੇ ਵੈਬ ਕੈਮਰਾ ਵੀ ਹੁਣ USB ਨਾਲ ਲਗਾ ਲੈਂਦੇ ਹੈਗੇ ਆ, ਉਹ ਕਿਹਦੇ ਨਾਲ ਕਨੈਕਟ ਕਰ ਰਿਹਾ, ਫਿਰ USB ਨਾਲ। ਤੇ USB ਯੂਨੀਵਰਸਲ ਸੀਰੀਅਲ ਬਸ ਜਿਹੜੀ ਹੈਗੀ ਆ ਡਿਵਾਈਸ ਵੀ ਬਹੁਤ ਕੰਮ ਆਉਂਦੀ ਆ। ਅੱਜ ਕੱਲ HDMI ਦਾ ਬਹੁਤ ਬੋਲਬਾਲਾ ਹੈਗਾ, ਤੁਸੀਂ ਵੇਖਿਆ ਹੋਣਾ ਹਰ ਜਗ੍ਹਾ HDMI ਲੱਗੀ ਹੁੰਦੀ ਆ, ਕਿਉਂਕਿ ਇਹਦੇ ਚ ਸਾਊਂਡ, ਸਾਡੀ ਵੀਡੀਓ ਸਾਰਾ ਟ੍ਰਾਂਸਫਰ ਹੋ ਜਾਂਦਾ ਨਾ ਇੱਕ ਤੋਂ ਦੂਸਰੀ ਜਗ੍ਹਾ। ਆਪਾਂ ਟ੍ਰਾਂਸਫਰ ਕਰਨਾ, ਮੋਨੀਟਰ ਲਗਾ ਰਹੇ ਹਾਂ, ਪ੍ਰੋਜੈਕਟਰ ਲਗਾ ਰਹੇ ਹਾਂ, ਤੇ ਉਹਦੇ ਵਿੱਚ ਆਪਾਂ ਇਹਨੂੰ ਟ੍ਰਾਂਸਫਰ ਕਰ ਰਹੇ ਹੁੰਦੇ ਆ। ਯਾਨੀ ਕਿ HDMI ਵੀ ਕੀ ਹੋਈ, ਸਾਡੀ ਕਨੈਕਟਿਡ ਡਿਵਾਈਸ ਹੋਈ। ਇਹ ਵਾਇਰ ਦੇ ਰੂਪ ਚ ਵੀ ਤੁਸੀਂ ਪਿਕਚਰ ਚ ਵੀ ਵੇਖ ਰਹੇ ਹੈਗੇ ਜੇ, ਤੇ ਤੁਸੀਂ ਆਪਣੇ ਡਿਵਾਈਸਿਸ ਵਿੱਚ ਵੀ ਇਹਨੂੰ ਵੇਖ ਸਕਦੇ ਜੇ। ਮੇਲ ਫੀਮੇਲ ਦੋਵੇਂ ਹੁੰਦੇ ਇਹਦੇ ਵਿੱਚ। ਬਲੂਟੁੱਥ ਡਿਵਾਈਸਿਸ ਹੁੰਦੀਆਂ ਨੇ, ਤੁਸੀਂ ਆਪਣੇ ਮੋਬਾਈਲ ਨੂੰ ਦੂਸਰੇ ਮੋਬਾਈਲ ਦੇ ਨਾਲ, ਮੋਬਾਈਲ ਨੂੰ ਕੰਪਿਊਟਰ ਦੇ ਨਾਲ ਕਨੈਕਟ ਕਰਨਾ ਚਾਹੁੰਦੇ ਜੇ, ਡੇਟਾ ਟ੍ਰਾਂਸਫਰ ਕਰਨਾ ਚਾਹੁੰਦੇ, ਤੁਹਾਡੇ ਕੋਲ ਕੋਈ ਇਮੇਜ ਆ, ਤੁਹਾਡੇ ਕੋਲ ਕੋਈ ਵੀਡੀਓ ਹੈਗਾ ਆ, ਤੁਸੀਂ ਚਾਹੁੰਦੇ ਜੇ ਕਿ ਉਹਨੂੰ ਟ੍ਰਾਂਸਫਰ ਕਰਨਾ ਹੈ, ਤੇ ਕਿਸ ਤਰ੍ਹਾਂ ਕਰ ਸਕਦੇ ਜੇ, ਬਲੂਟੁੱਥ ਡਿਵਾਈਸਿਸ ਅਵੇਲੇਬਲ ਹੈਗੀਆਂ ਨੇ।
ਤੁਸੀਂ ਬੜੀ ਆਸਾਨੀ ਦੇ ਨਾਲ ਉਹਦੇ ਵਿੱਚ ਉਹਨੂੰ ਡਿਵਾਈਸ ਨੂੰ ਲਗਾ ਕੇ ਤੇ ਡਾਟਾ ਟ੍ਰਾਂਸਫਰ ਹੋ ਜਾਂਦਾ ਹੈਗਾ। ਵਾਈਫਾਈ ਡਿਵਾਈਸਸ ਅੱਜ ਕੱਲ੍ਹ ਆ ਗਈਆਂ ਨੇ, ਨੈਟ ਸਾਰਾ ਦਾ ਸਾਰਾ ਇੰਟਰਨੈਟ ਜਿਹੜਾ ਸਾਡੇ ਘਰਾਂ ਚੱਲਣ ਰਿਹਾ, ਆਫਿਸ ਚੱਲਦਾ, ਸਕੂਲ ਵਿੱਚ ਚੱਲ ਰਿਹਾ, ਉਹ ਵਾਈਫਾਈ ਡਿਵਾਈਸਸ ਨਾਲ ਚੱਲ ਰਿਹਾ ਹੈਗਾ ਨਾ। ਇੱਕ ਜਗ੍ਹਾ ਲੱਗਾ ਹੋਇਆ, ਬਹੁਤ ਸਾਰੇ ਉਹਨੂੰ ਕਨੈਕਸ਼ਨ ਮਿਲੇ ਹੋਏ ਨੇ, ਉਹ ਤੋਂ ਇੰਟਰਨੈਟ ਵੀ ਆ ਰਿਹਾ ਹੈਗਾ ਆ, ਉਹ ਤੋਂ ਆਪਾਂ ਡੇਟਾ ਨੂੰ ਟ੍ਰਾਂਸਫਰ ਕਰ ਸਕਦੇ ਹੈਗੇ ਆ, ਦੋ ਕੰਪਿਊਟਰ ਨੂੰ ਇਕੱਠੇ ਜੋੜ ਸਕਦੇ ਹੈਗੇ ਆ। ਇੰਟਰਨੈਟ ਡਿਵਾਈਸਸ ਆਪਾਂ ਪਹਿਲਾਂ ਹੀ ਵੇਖਿਆ ਹੈਗੀਆਂ ਨੇ ਕਿ ਆਪਾਂ ਵਾਇਰ ਲਗਾਉਂਦੇ ਹੁੰਦੇ ਸੀ ਆਪਣੇ ਲੈਪਟਾਪ ਤੇ ਕੰਪਿਊਟਰ ਤੇ ਡੇਟਾ ਟ੍ਰਾਂਸਫਰ ਹੁੰਦਾ ਸੀ, ਜਾਂ ਫਿਰ ਤੁਸੀਂ ਬਹੁਤ ਸਾਰੇ ਕੰਪਿਊਟਰ ਨੂੰ ਕਨੈਕਟ ਕਰ ਸਕਦੇ ਸੀ, ਜਾਂ ਫਿਰ ਡਾਇਰੈਕਟਲੀ ਇੰਟਰਨੈਟ ਨੂੰ ਵੀ ਤੁਸੀਂ ਕਨੈਕਟ ਕਰਦੇ ਸੀ, ਤੇ ਇਹਦਾ ਵੀ ਬਹੁਤ ਯੂਜ਼ ਹੈਗਾ ਸੀ। ਹੁਣ ਵਾਈਫਾਈ ਦਾ ਜ਼ਿਆਦਾ ਯੂਜ਼ ਹੋਣ ਕਰਕੇ ਇੰਟਰਨੈਟ ਤੁਸੀਂ ਘੱਟ ਵੇਖਿਆ ਹੋਊਗਾ, ਮਗਰ ਫਿਰ ਵੀ ਤੁਸੀਂ ਕੰਪਿਊਟਰ ਲੈਬਸ ਜਿਹਨੂੰ ਵੇਖ ਸਕਦੇ ਹੈਗੇ ਜੇ। MIDI ਮਿਊਜ਼ੀਕਲ ਇੰਸਟਰੂਮੈਂਟ ਡਿਜੀਟਲ ਇੰਟਰਫੇਰੈਂਸ, ਬਹੁਤ ਸਾਰੇ ਵੇਖੋ ਤੁਸੀਂ ਵੇਖਦੇ ਜੀ ਨਾ ਮਿਊਜ਼ੀਕਲ ਇੰਸਟਰੂਮੈਂਟ ਲੱਗੇ ਹੁੰਦੇ, ਉਹਨਾਂ ਨੂੰ ਆਪਸ ਵਿੱਚ ਜੋੜਨ ਵਾਸਤੇ ਜਿਹੜੀ ਡਿਵਾਈਸ ਲੱਗਦੀ ਹੈਗੀ ਆ ਉਹਨੂੰ MIDI ਕਹਿੰਦੇ ਹੈਗੇ ਆ। ਤੇ ਆਹ ਸਾਰਾ ਕੁਝ ਕੀ ਹੈਗਾ ਸੀ, ਕਨੈਕਟਿੰਗ ਡਿਵਾਈਸਸ ਹੈਗੀਆਂ ਸੀ, ਜਿਹਦੇ ਨਾਲ ਆਪਾਂ ਬਹੁਤ ਸਾਰੇ ਕੰਪਿਊਟਰਸ ਨੂੰ ਕਨੈਕਟ ਕਰ ਸਕਦੇ ਹੈਗੇ ਆ, ਡੇਟੇ ਨੂੰ ਟ੍ਰਾਂਸਫਰ ਕਰ ਸਕਦੇ ਹੈਗੇ ਆ। ਹੁਣ ਇੱਕ ਕੁਐਸਚਨ ਆਉਂਦਾ ਹੈਗਾ ਮਲਟੀਮੀਡੀਆ ਡਿਵਾਈਸਸ, ਕਿ ਸਾਡੇ ਮਲਟੀਮੀਡੀਆ ਡਿਵਾਈਸਸ ਕੀ ਆ? ਸਪੀਕਰਸ ਹੈਗੇ ਨੇ, ਹੈਡਫੋਨ ਹੈਗੇ ਨੇ, ਮਾਈਕਰੋਫੋਨ ਹੈਗੇ ਨੇ, ਵੈਬਕੈਮ ਹੈਗੇ ਨੇ, ਹਰ ਪ੍ਰਕਾਰ ਦੇ ਡਿਜੀਟਲ ਕੈਮਰਾ, ਗ੍ਰਾਫਿਕ ਟੈਬਲੇਟਸ, ਵੀਡੀਓ ਗੇਮ ਕੰਸੋਲ, ਪ੍ਰੋਜੈਕਟਰ, VR ਸੈੱਟ ਵੇਖੇ ਨੇ ਆਪਾਂ, ਉਹਨਾਂ ਨੂੰ ਅੱਖਾਂ ਤੇ ਲਗਾ ਲੈਂਦੇ ਹੈਗੇ ਆ ਤੇ ਪੂਰਾ ਉਹਦੇ ਚ ਵੀਡੀਓਸ ਦਿਖਾਈ ਦਿੰਦੇ ਹੈਗੇ ਨੇ। DVD ਪਲੇਅਰ ਜਿਹੜੇ ਆਉਂਦੇ ਸੀ, ਬਲੂ ਰੇ CD ਪਲੇਅਰ ਜਿਹਨਾਂ ਨੂੰ ਆਪਾਂ ਕਹਿੰਦੇ ਹੁੰਦੇ ਸੀ, ਆਹ ਸਾਰੇ ਡਿਵਾਈਸਸ ਮਲਟੀਮੀਡੀਆ ਡਿਵਾਈਸਸ ਹੈਗੇ ਨਾ। ਇਹਨਾਂ ਨੂੰ ਆਪਾਂ ਯੂਜ਼ ਕਰਦੇ ਹੈਗੇ ਆ ਬਹੁਤ ਸਾਰਾ ਜਿਹੜਾ ਐਂਟਰਟੇਨਮੈਂਟ ਹੈਗਾ ਆ, ਆਡੀਓ ਦੇ ਰੂਪ ਚ, ਵੀਡੀਓ ਦੇ ਰੂਪ ਚ, ਉਹਨੂੰ ਵੇਖਣ ਲਈ, ਸਮਝਣ ਲਈ, ਸੁਣਨ ਲਈ ਇਹ ਸਾਰਾ ਯੂਜ਼ ਹੁੰਦੇ ਹੈਗੇ ਨੇ। ਇਹਨੂੰ ਆਪਾਂ ਕਹਿੰਦੇ ਨੇ ਮਲਟੀਮੀਡੀਆ ਡਿਵਾਈਸਸ। ਇਸ ਤੋਂ ਬਾਅਦ ਜਿਹੜਾ ਨੈਕਸਟ ਚੈਪਟਰ ਹੈਗਾ ਉਹ ਹੈ ਮੈਮਰੀ ਸਿਸਟਮ। ਦੇਖੋ ਆਪਾਂ ਹਾਰਡਵੇਅਰ ਸਿਸਟਮ ਸਮਝਿਆ ਨਾ, ਉਹਦੇ ਬਹੁਤ ਸਾਰੇ ਡਿਵਾਈਸਸ ਸਮਝ ਲਿਆ, ਇਨਪੁਟ ਆਊਟਪੁੱਟ, CPU ਵਾਲੀਆਂ, ਮਲਟੀਮੀਡੀਆ ਵਾਲੀਆਂ, ਤੇ ਸਾਨੂੰ ਕਲੀਅਰ ਹੋ ਗਿਆ ਕਿ ਇਹ ਸਾਰੀਆਂ ਡਿਵਾਈਸਸ ਮਿਲ ਕੇ ਹਾਰਡਵੇਅਰ ਬਣਾ ਰਹੀਆਂ ਸੀ। ਹੁਣ ਇੱਕ ਹੋਰ ਬੜਾ ਮੇਨ ਕੰਪੋਨੈਂਟ ਹੈਗਾ ਜਿਹਨੂੰ ਆਪਾਂ ਨੂੰ ਬਾਰ-ਬਾਰ ਸਮਝਣਾ ਪੈਂਦਾ ਹੈਗਾ ਆ, ਉਹ ਹੈ ਮੈਮਰੀ ਸਿਸਟਮ। ਸਾਡਾ ਜਿਹੜਾ ਮੈਮਰੀ ਸਿਸਟਮ ਹੈਗਾ ਆ ਇਹ ਕੀ ਆ? The memory system of computer is a crucial component that store and retrieve data for the computer operation। ਜਿਹੜਾ ਆਪਾਂ ਡੇਟਾ ਉਹਨੂੰ ਦੇ ਰਹੇ ਹਾਂ ਉਹਨੇ ਕਿਤੇ ਸਟੋਰ ਕਰਨਾ, ਜਦੋਂ ਸਾਨੂੰ ਚਾਹੀਦਾ ਹੈਗਾ ਸਾਨੂੰ ਉਹਨੇ ਵਾਪਸ ਕਰਨਾ ਹੈਗਾ ਆ, ਅਸੀਂ ਉਹਨੂੰ ਰੀਡ ਕਰਨਾ ਹੈਗਾ, ਕਾਪੀ ਕਰਨਾ ਹੈਗਾ ਆ, ਉਹਨੂੰ ਐਡਿਟ ਕਰਨਾ ਹੈਗਾ ਆ, ਤੇ ਆਹ ਸਾਰਾ ਸਿਸਟਮ ਜਿਹੜਾ ਹੈਗਾ ਆ ਇਹਦੇ ਵਾਸਤੇ ਪੂਰਾ ਉਹਦਾ ਪੂਰਾ ਮੈਮਰੀ ਸਿਸਟਮ ਚੱਲਦਾ ਹੈਗਾ ਕੰਪਿਊਟਰ ਦੇ ਅੰਦਰ। ਕੰਪਿਊਟਰ ਆਪਣੇ ਆਪ 'ਚ ਇੱਕ ਇਸ ਤਰ੍ਹਾਂ ਦੀ ਡਿਵਾਈਸ ਹੈਗਾ ਆ ਜਿਹੜਾ ਕਿ ਬਹੁਤ ਸਾਰਾ ਡੇਟਾ ਸਟੋਰ ਕਰਕੇ ਰੱਖਦਾ ਹੈ। ਕਿਉਂਕਿ ਅਗਰ ਆਪਾਂ ਮੰਨੀਏ ਕਿ ਅਗਰ ਕੰਪਿਊਟਰ ਵਿੱਚ ਕੋਈ ਡੇਟਾ ਸਟੋਰ ਨਹੀਂ ਹੋ ਰਿਹਾ, ਮੈਮਰੀ ਨਹੀਂ ਆ, ਤੇ ਕੀ ਆਪਾਂ ਉਸ ਕੰਪਿਊਟਰ ਨੂੰ ਯੂਜ਼ ਕਰ ਸਕਦੇ? ਮੈਨੂੰ ਲੱਗਦਾ ਉਹਦਾ ਤਾਂ ਕੋਈ ਯੂਜ਼ ਹੀ ਨਹੀਂ ਰਹਿ ਸਕਦਾ ਹੈਗਾ। ਇਸ ਕਰਕੇ ਅਗਰ ਆਪਾਂ ਚਾਹੁੰਦੇ ਹਾਂ ਪਲੇ ਵਾਈਟਲ ਰੋਲ, ਇਹ ਬਹੁਤ ਜੀਵਨਦਾਇਨੀ ਰੋਲ ਉਹਦੇ ਵਿੱਚ ਅਦਾ ਕਰਦਾ ਹੈਗਾ ਆ। ਸਾਰੀ ਪਰਫਾਰਮੈਂਸ ਜਿਹੜੀ ਹੈਗੀ ਆ ਉਹ ਇਹ ਤੇ ਡਿਪੈਂਡ ਕਰਦੀ ਹੈਗੀ ਹੈ ਕਿ ਸਾਡੀ ਮੈਮਰੀ ਕਿੰਨੀ ਹੈ। ਹੁਣ ਜਿੰਨਾ ਆਪਾਂ ਮੇਨ ਫਰੇਮ ਕੰਪਿਊਟਰ ਦੀ ਗੱਲ ਕਰਦੇ ਹਾਂ, ਸੁਪਰ ਕੰਪਿਊਟਰ ਦੀ ਗੱਲ ਕਰਦੇ ਆ, ਉਹਦੇ 'ਚ ਅਗਰ CPU ਬਹੁਤ ਵੱਡਾ ਹੁੰਦਾ ਤੇ ਡੇਟਾਬੇਸ ਵੀ ਬਹੁਤ ਵੱਡਾ ਹੁੰਦਾ, ਪਰ ਉਹ ਡੇਟਾਬੇਸ ਕਿੱਥੇ ਪਿਆ ਹੋਊਗਾ? ਉਹਦੇ ਵੱਡੇ ਮੈਮਰੀ ਸਿਸਟਮ ਵਿੱਚ ਪਿਆ ਹੋਊਗਾ। ਮੈਮਰੀ ਸਿਸਟਮ 'ਚ ਆਪਾਂ ਹੁਣੇ ਡਿਸਕਸ ਕੀਤਾ ਸੀ ਨਾ, ਰੈਮ, ਰੋਮ, ਪ੍ਰਾਇਮਰੀ, ਸੈਕੰਡਰੀ, ਹੋਰ ਅਸੀਂ ਕੀ ਡਿਸਕਸ ਕੀਤਾ ਸੀ? ਬਹੁਤ ਸਾਰੀਆਂ ਡਰਾਈਵਸ ਹੈਗੀਆਂ ਨੇ ਜਿਹੜੀਆਂ ਕਨੈਕਟ ਕਰਦੀਆਂ ਹੈਗੀਆਂ ਨੇ ਮੈਮਰੀ ਨੂੰ। USB ਨਾਲ ਪੈਨ ਡਰਾਈਵ ਆਪਾਂ ਕਰਦੇ ਆ ਨਾ, ਅਸੀਂ ਮੈਮਰੀ ਕਾਰਡ ਦੇ ਬਾਰੇ ਸਮਝਣ ਦੀ ਕੋਸ਼ਿਸ਼ ਕੀਤੀਆਂ ਸੀ। ਇਹ ਸਾਰੀਆਂ ਡਰਾਈਵਸ ਜਿਹੜੀਆਂ ਹੈਗੀਆਂ ਨੇ ਇਹ ਮੈਮਰੀ ਸਿਸਟਮ ਨੂੰ ਚਲਾਉਂਦੀਆਂ ਹੈਗੀਆਂ ਨੇ, ਕਿਉਂਕਿ ਮੈਮਰੀ ਸਿਸਟਮ ਚਲਾਉਣ ਲਈ ਬਹੁਤ ਸਾਰੀਆਂ ਅਲੱਗ-ਅਲੱਗ ਡਰਾਈਵਸ ਲੱਗਦੀਆਂ ਹੈਗੀਆਂ ਨੇ ਜਿਹਨਾਂ ਨੂੰ ਆਪਾਂ ਅੱਗੇ ਪੜਾਂਗੇ। ਮਗਰ ਇਹ ਇੱਕ ਮੁੱਖ ਹਿੱਸਾ ਹੈਗਾ ਜਿਹਨੂੰ ਆਪਾਂ ਸਮਝਣਾ ਹੈਗਾ ਆ ਕਿ ਮੈਮਰੀ ਸਿਸਟਮ ਕਿਸ ਤਰ੍ਹਾਂ ਚੱਲਦਾ ਹੈਗਾ ਆ, ਉਹਦਾ ਕੰਪਿਊਟਰ ਕਿਸ ਤਰ੍ਹਾਂ ਵਰਕ ਕਰਦਾ ਹੈਗਾ ਆ। ਕਿਉਂਕਿ ਆਪਾਂ ਅਗਰ ਹਾਰਡਵੇਅਰ ਸਮਝ ਲਿਆ, ਉਸ ਤੋਂ ਬਾਅਦ ਆਪਾਂ ਮੈਮਰੀ ਸਿਸਟਮ ਸਮਝ ਰਹੇ ਹੈਗੇ ਆ, ਤੇ ਸਾਨੂੰ ਕਨਸੈਪਟ ਪੂਰਾ ਕਲੀਅਰ ਹੋ ਜਾਊਗਾ ਕਿ ਸਾਡਾ ਕੰਪਿਊਟਰ ਵਰਕ ਕਿਸ ਤਰ੍ਹਾਂ ਕਰਦਾ ਹੈ। ਇਸ ਤੋਂ ਬਾਅਦ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਟਾਈਪਸ ਆਫ ਮੈਮਰੀ। ਬੱਚੋ ਦੋ ਪ੍ਰਕਾਰ ਦੀ ਮੈਮਰੀ ਹੈਗੀ ਆ, ਇੱਕ ਪ੍ਰਾਇਮਰੀ ਮੈਮਰੀ ਕਹਿੰਦੇ ਆ ਤੇ ਇੱਕ ਨੂੰ ਸੈਕੰਡਰੀ ਕਹਿੰਦੇ ਹੈਗੇ ਆ। ਪ੍ਰਾਇਮਰੀ ਦਾ ਮਤਲਬ ਕੀ ਹੋਊਗਾ? ਜਿਹੜੀ ਕਿ ਮੇਨ ਮੈਮਰੀ ਹੈਗੀ ਆ, ਇੰਟਰਨਲ ਮੈਮਰੀ ਹੁੰਦੀ ਆ, ਜਿਹਨੂੰ ਆਪਾਂ ਰੈਮ ਜਾਂ ਰੋਮ ਦੇ ਰੂਪ ਵਿੱਚ ਜਾਣਦੇ ਹੈਗੇ ਆ। ਜਾਂ ਤੇ ਰੈਂਡਮ ਐਕਸੈਸ ਮੈਮਰੀ ਹੋਏਗੀ ਜਾਂ ਰੀਡ ਓਨਲੀ ਮੈਮਰੀ ਹੋਏਗੀ। ਇਹ ਸਾਡੀ ਪ੍ਰਾਇਮਰੀ ਮੈਮਰੀ ਆ। ਹਰ ਕੰਪਿਊਟਰ ਜਿਹੜਾ ਵੀ ਚੱਲ ਰਿਹਾ, ਹਰ ਮੋਬਾਈਲ ਜਿਹੜਾ ਵੀ ਚੱਲ ਰਿਹਾ ਹੈਗਾ, ਉਹਦੇ 'ਚ ਆਹ ਚੀਜ਼ ਹੋਏਗੀ, ਰੈਮ ਤੇ ਰੋਮ ਹੋਏਗੀ। ਆਪਾਂ ਅਕਸਰ ਪੁੱਛਦੇ ਵੀ ਹੁੰਦੇ ਆ ਨਾ ਕਿ ਸਾਡੀ ਮੋਬਾਈਲ ਦੀ ਰੈਮ ਕਿੰਨੀ ਆ, ਕੰਪਿਊਟਰ ਦੀ ਰੈਮ ਕਿੰਨੀ ਆ, ਰੋਮ ਕਿੰਨੀ ਹੈਗੀ ਆ, ਤੇ ਇਹ ਕੁਐਸਚਨ ਹੁੰਦਾ ਆ ਕਿਸੇ ਵੀ ਕੰਪਿਊਟਰ ਨੂੰ ਪਛਾਣਨਾ ਹੋਵੇ ਕਿ ਉਹ ਕਿੰਨਾ ਡਿਊਰੇਬਲ ਹੈਗਾ, ਕਿੰਨਾ ਡੇਟਾ ਲੈ ਸਕਦਾ ਹੈਗਾ, ਕਿੰਨਾ ਐਕਸੈਸ ਕਰ ਪਾਊਗਾ, ਤਾਂ ਆਪਾਂ ਰੈਮ ਤੇ ਰੋਮ ਆਪਾਂ ਪੁੱਛ ਲੈਂਦੇ ਹੈਗੇ ਆ। ਇਹ ਸਾਡੀ ਪ੍ਰਾਇਮਰੀ ਮੈਮਰੀ ਹੁੰਦੀ ਆ। ਹਰ ਇੱਕ ਕੰਪਿਊਟਰ ਨੂੰ ਚਲਾਉਣ ਲਈ ਇਹ ਤੇ ਚਾਹੀਦੀ ਹੈਗੀ, ਇਹਦੇ ਬਿਨਾਂ ਤੇ ਕੰਮ ਨਹੀਂ ਚੱਲੇਗਾ। ਉਸ ਤੋਂ ਬਾਅਦ ਆਉਂਦੀ ਹੈਗੀ ਸੈਕੰਡਰੀ ਮੈਮਰੀ। ਸੈਕੰਡਰੀ ਮੈਮਰੀ ਕੀ ਹੁੰਦੀ ਹੈਗੀ ਆ? ਉਹ ਐਕਸਟਰਨਲ ਹੈ,
ਉਹ ਦੁਬਾਰਾ ਉੱਤੇ ਲਗਾਈ ਜਾਂਦੀ ਹੈਗੀ ਆ। ਜਿਸ ਤਰ੍ਹਾਂ HDD ਦੇ ਰੂਪ ਵਿੱਚ ਹਾਰਡ ਡਿਸਕ ਡਰਾਈਵ ਜਿਹਨੂੰ ਆਪਾਂ ਕਹਿੰਦੇ ਹੈਗੇ ਆ, ਜਾਂ ਅੱਜ ਕੱਲ੍ਹ ਹੁਣ ਉਹਦਾ ਨਵਾਂ ਫਾਰਮੈਟ ਆ ਗਿਆ ਨਾ ਸੋਲਿਡ ਸਟੇਟ ਡਰਾਈਵਸ, ਉਹ ਜ਼ਿਆਦਾ ਡਿਊਰੇਬਲ ਹੈ, ਜ਼ਿਆਦਾ ਘੱਟ ਸਪੇਸ ਵਿੱਚ ਜ਼ਿਆਦਾ ਡੇਟਾ ਸਟੋਰ ਕਰ ਰਹੀ ਹੈ, ਥੋੜੀ ਜਿਹੀ ਮਹਿੰਗੀ ਪੈਂਦੀ ਆ ਮਗਰ ਉਹਦੀ ਡਿਊਰੇਬਿਲਿਟੀ ਬਹੁਤ ਜ਼ਿਆਦਾ। ਆਪਟੀਕਲ ਡਰਾਈਵਸ ਵੀ ਆ ਰਹੀਆਂ ਹੈਗੀਆਂ ਨੇ। ਇਹ ਸਾਰੀਆਂ ਡਰਾਈਵਸ ਜਿਹੜੀਆਂ ਲੱਗ ਰਹੀਆਂ ਨੇ ਨਾ ਕੰਪਿਊਟਰ ਨੂੰ, ਇਹਨੂੰ ਆਪਾਂ ਸੈਕੰਡਰੀ ਕਹਿੰਦੇ ਹੈਗੇ। ਹੁਣ ਦੋ ਪ੍ਰਕਾਰ ਦੀਆਂ ਕੁਐਸਚਨ ਦੇ ਆਨਸਰ ਦੇ ਰੂਪ ਚ ਵੀ ਯਾਦ ਰੱਖਣਾ ਕਿ ਜਦੋਂ ਤੁਹਾਨੂੰ ਕੋਈ ਪੁੱਛਦਾ ਟਾਈਪਸ ਆਫ ਮੈਮਰੀ ਤਾਂ ਸਾਨੂੰ ਕਲੀਅਰ ਹੋਣਾ ਚਾਹੀਦਾ ਕਿ ਹਰ ਇੱਕ ਕੰਪਿਊਟਰ ਦੋ ਪ੍ਰਕਾਰ ਦੀ ਮੈਮਰੀ ਰੱਖਦਾ ਹੈਗਾ ਆ। ਇੱਕ ਉਹਦੀ ਪ੍ਰਾਇਮਰੀ ਮੈਮਰੀ ਹੈਗੀ ਆ ਤੇ ਇੱਕ ਉਹਦੀ ਸੈਕੰਡਰੀ ਹੈਗੀ ਆ। ਜਦੋਂ ਪ੍ਰਾਇਮਰੀ ਕੋਈ ਪੁੱਛ ਰਿਹਾ ਤੇ ਸਾਨੂੰ ਰੈਮ ਤੇ ਰੋਮ ਆ ਦੋ ਵਰਡ ਇੱਕਦਮ ਯਾਦ ਆ ਜਾਣੇ ਚਾਹੀਦੇ ਹੈਗੇ ਆ। ਜਦੋਂ ਸਾਨੂੰ ਕੋਈ ਸੈਕੰਡਰੀ ਪੁੱਛ ਰਿਹਾ ਤੇ ਸਾਨੂੰ HDD ਜਾਂ SSD ਆ ਦੋ ਵਰਡ ਯਾਦ ਆ ਜਾਣੇ ਚਾਹੀਦੇ ਹੈਗੇ ਆ। ਅਗਰ ਆ ਸਾਨੂੰ ਦੋ ਕਨਸੈਪਟ ਸਮਝ ਆ ਗਏ ਤੇ ਆਪਾਂ ਮੈਮਰੀ ਦੇ ਇੱਕ ਮੇਨ ਕੁਐਸਚਨ ਦਾ ਆਨਸਰ ਦੇਣ ਵਿੱਚ ਕਾਮਯਾਬ ਹੋ ਜਾਂਦੇ ਆ ਕਿ ਟਾਈਪਸ ਕਿਹੜੇ ਕਿਹੜੇ ਹੈਗੇ ਨੇ। ਤੇ ਉਹ ਦੋ ਟਾਈਪਸ ਨੇ, ਪ੍ਰਾਇਮਰੀ ਤੇ ਸੈਕੰਡਰੀ। ਪ੍ਰਾਇਮਰੀ ਵਿੱਚ ਰੈਮ ਤੇ ਰੋਮ ਆਪਾਂ ਪੜਿਆ, ਸੈਕੰਡਰੀ ਵਿੱਚ ਆਪਾਂ ਹਾਰਡ ਡਿਸਕ ਡਰਾਈਵ ਤੇ ਸੋਲਿਡ ਸਟੇਟ ਡਰਾਈਵ ਪੜ੍ਹੀ। ਤੇ ਇਹਨਾਂ ਦਾ ਆਪਣਾ ਇੱਕ ਮਹੱਤਵ ਹੈਗਾ ਕਿ ਜਦੋਂ ਆਪਾਂ ਕੰਪਿਊਟਰ ਚਲਾਉਣਾ ਹੈ ਤਾਂ ਤੁਸੀਂ ਮੰਨ ਕੇ ਚੱਲੋ ਕਿ ਕੰਪਿਊਟਰ ਨੂੰ ਕੁਝ ਮੈਮਰੀ ਤੇ ਆਪਣੇ ਐਕਸੈਸ ਵਾਸਤੇ ਚਾਹੀਦੀ ਹੁੰਦੀ ਆ, ਆਪਣਾ ਸਿਸਟਮ ਚਲਾਉਣ ਲਈ, ਤੇ ਕੁਝ ਜਿਹੜੀਆਂ ਆਪਾਂ ਇਨਪੁਟ ਦੇ ਰਹੇ ਹੈਗੇ ਆ ਉਹਨੂੰ ਸਟੋਰ ਕਰਨ ਵਾਸਤੇ, ਜਿਹੜੀ ਆਉਟਪੁੱਟ ਆਪਾਂ ਲੈਣਾ ਹੈਗੀ ਆ ਉਹਨੂੰ ਪ੍ਰੋਸੈਸ ਕਰਨ ਵਾਸਤੇ ਇਹ ਮੈਮਰੀ ਸਾਡੀਆਂ ਚੱਲਦੀਆਂ ਨੇ। ਪ੍ਰਾਇਮਰੀ ਮੈਮਰੀ ਦਾ ਆਪਣਾ ਰੋਲ ਹੈਗਾ, ਸੈਕੰਡਰੀ ਮੈਮਰੀ ਦਾ ਆਪਣਾ ਰੋਲ ਹੈਗਾ ਆ। ਤੇ ਇਹ ਦੋ ਪ੍ਰਕਾਰ ਦੀ ਮੈਮਰੀ ਹੈਗੀਆਂ ਜਿਹੜੀਆਂ ਚੱਲਦੀਆਂ। ਹੁਣ ਆਪਾਂ ਜੇ ਰੈਮ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਜਿਹਨੂੰ ਆਪਾਂ ਰੈਂਡਮ ਐਕਸੈਸ ਮੈਮਰੀ ਕਹਿੰਦੇ ਆ, ਉਹ ਕੀ ਆ? RAM is a type of primary memory। ਸਭ ਤੋਂ ਪਹਿਲਾ ਕੁਐਸਚਨ ਤਾਂ ਇਹੋ ਹੀ ਆਉਂਦਾ ਨਾ ਕਿ ਉਹ ਕਿਹੜੀ ਮੈਮਰੀ ਆ? ਪ੍ਰਾਇਮਰੀ ਹੈਗੀ ਆ। that provide temporary storage for data and instruction that the CPU need to access quickly। ਹੁਣ ਸਾਡੇ CPU ਨੂੰ ਜਦੋਂ ਇੱਕਦਮ ਕੋਈ ਡਾਟਾ ਐਕਸੈਸ ਕਰਨਾ ਹੁੰਦਾ ਆ ਤਾਂ ਸਭ ਤੋਂ ਪਹਿਲਾਂ ਕਿੱਥੋਂ ਲੈ ਲੈਂਦਾ ਹੈਗਾ? RAM ਤੋਂ ਲੈ ਲੈਂਦਾ ਹੈਗਾ। ਆਪਾਂ ਕਹਿੰਦੇ ਆ ਨਾ 1 GB ਦੀ RAM ਹੈ ਸਾਡੇ ਮੋਬਾਈਲ ਦੀ, 2 ਦੀ ਆ, ਹੁਣ 16 ਦੀ ਵੀ ਆਉਣ ਡੈ ਪਈ ਆ, 32 ਦੀ ਵੀ ਆਉਣ ਡੈ ਪਈ ਆ, ਉਹ ਵੱਧਦੀ ਜਾ ਰਹੀ ਹੈਗੀ। ਹੁਣ ਉਹਦੇ ਵਧਣ ਨਾਲ ਕੀ ਹੁੰਦਾ ਹੋਊਗਾ ਪਿਆਰੇ ਬੱਚਿਓ? ਜਿੰਨਾ ਜ਼ਿਆਦਾ ਡੇਟਾ ਸਾਡਾ CPU ਲੈਣਾ ਚਾਹੁੰਦਾ ਹੈ, ਅਗਰ ਉਹ ਸਾਡੇ RAM ਜ਼ਿਆਦਾ ਹੈਗੀ ਹੈ ਤਾਂ ਉਹ ਤੋਂ ਕੁਇਕਲੀ ਲੈ ਲੇਗਾ ਨਾ, ਆਸਾਨੀ ਨਾਲ ਲੈ ਲੇਗਾ। ਤੇ ਜਿੰਨਾ ਡੇਟਾ ਉਹਦੇ ਕੋਲ ਅਵੇਲੇਬਲ ਹੈਗਾ ਉਹ ਨਹੀਂ ਦੇ ਸਕਦਾ ਨਾ। ਅਗਰ ਕੋਈ 1 GB ਦੀ RAM ਰੱਖਦਾ ਆ ਸਾਡਾ ਕੰਪਿਊਟਰ ਤੇ ਫਿਰ ਉਹ 1 GB ਤੋਂ ਜ਼ਿਆਦਾ ਤੇ ਡਾਟਾ ਉੱਚ ਆ ਨਹੀਂ ਸਕਦਾ, ਇਹਦੇ ਕਰਕੇ ਉਹਦੀ ਸਪੀਡ ਘਟੇਗੀ। ਤੇ ਜੇ ਅਗਰ ਉਸ ਕੋਲ 2 GB ਦਾ ਹੋ ਗਿਆ ਤਾਂ ਡਬਲ ਹੋ ਗਿਆ, ਜੇ 16 ਦਾ ਹੋ ਗਿਆ ਤਾਂ ਹੋਰ ਜ਼ਿਆਦਾ ਹੋ ਗਿਆ, 32 ਦਾ ਹੋ ਗਿਆ ਤਾਂ ਹੋਰ ਜ਼ਿਆਦਾ। ਜਿੰਨੇ ਜ਼ਿਆਦਾ ਆਪਾਂ ਕੰਪਲਿਕੇਟਡ ਟਾਸਕ ਕਰਨੇ ਹੈਗੇ ਆ ਸਾਨੂੰ ਉਨੀ ਜ਼ਿਆਦਾ RAM ਚਾਹੀਦੀ ਹੋਗੀ ਤਾਂ ਕਿ ਆਪਾਂ ਰੈਂਡਮ ਐਕਸੈਸ ਮੈਮਰੀ ਪ੍ਰੋਵਾਈਡ ਕਰ ਸਕੀਏ। ਕਿਹਨੂੰ ਪ੍ਰੋਵਾਈਡ ਕਰ ਰਹੇ ਹੈਗੇ ਬੱਚੇ? CPU ਨੂੰ, ਤਾਂ ਕਿ ਉਹ ਪ੍ਰੋਸੈਸ ਕਰ ਪਾਵੇ। ਇਹ ਵੋਲੇਟਾਈਲ ਮੈਮਰੀ ਹੁੰਦੀ ਹੈ, ਕੁਝ ਸਮੇਂ ਵਾਸਤੇ ਰਹਿੰਦੀ ਹੈਗੀ ਆ, ਕੰਪਿਊਟਰ ਨੂੰ ਯੂਜ਼ ਕਰਦਾ ਹੈਗਾ ਆ ਤੇ ਫਿਰ ਉਹ ਖਤਮ ਹੋ ਜਾਂਦੀ ਹੈਗੀ ਆ। ਉਸ ਤੋਂ ਬਾਅਦ ਉਹ ਨੈਕਸਟ ਨੂੰ ਯੂਜ਼, ਜਿਸ ਤਰ੍ਹਾਂ ਆਪਾਂ ਪਾਵਰ ਆਫ ਕੀਤਾ ਨਾ ਤਾਂ ਉਹ ਚੋਂ ਗਾਇਬ ਹੋ ਜਾਂਦੀ ਹੈਗੀ, ਉੱਥੇ ਨਹੀਂ ਰਹਿੰਦੀ ਹੈਗੀ। ਇਸ ਕਰਕੇ ਆਪਾਂ ਇਹ ਕੁਐਸਚਨ ਵੀ ਆਉਂਦਾ ਕਿ ਕਿਹੜੀ ਮੈਮਰੀ ਲਾਸ ਹੋ ਜਾਂਦੀ ਜਦੋਂ ਆਪਾਂ ਪਾਵਰ ਆਫ ਕਰ ਦਿੰਨੇ ਆ, ਚਾਹੇ ਕੰਪਿਊਟਰ ਦਾ ਚਾਹੇ ਮੋਬਾਈਲ ਦਾ, ਉਹਨੂੰ ਰੀਸਟਾਰਟ ਕਰਾਂਗੇ ਉਹ ਗਾਇਬ ਹੋਏਗੀ, ਉਹਦੇ ਚ ਨਹੀਂ ਹੋਏਗੀ। ਉਹਨੂੰ ਆਪਾਂ RAM ਕਹਿੰਦੇ ਆ। RAM ਵਾਲੇ ਕੁਐਸਚਨ ਬਹੁਤ ਵਾਰ ਐਗਜ਼ਾਮੀਨੇਸ਼ਨ ਪੁਆਇੰਟ ਆਫ View ਤੋਂ ਵੀ ਆਉਂਦੇ ਨੇ। ਜਦੋਂ ਇੰਟਰਵਿਊ ਤੇ ਜਾਓਗੇ ਇਹਨਾਂ ਨੂੰ ਵੀ ਤੁਹਾਨੂੰ ਪੁੱਛਿਆ ਜਾਏਗਾ, ਜੌਬ ਓਪਰਚੁਨਿਟੀ ਵਿੱਚ ਤੁਹਾਨੂੰ ਸਹਾਇਕ ਹੋਣਗੇ। ਤੇ ਤੁਸੀਂ ਆਪ ਸਮਝ ਕੇ ਚੱਲੋ ਕਿ RAM ਕਿਹਨੂੰ ਕਹਿੰਦੇ ਹੈਗੇ ਆ। ਸੈਕੰਡ ਕੁਐਸਚਨ ਕੀ ਆ ਸਕਦਾ ਹੈਗਾ? ROM। ਆਪਾਂ ਪ੍ਰਾਇਮਰੀ ਮੈਮਰੀ ਪੜ੍ਹ ਰਹੇ ਨਾ ਹਜੇ, RAM ਪੜ੍ਹ ਲਿਆ, ਹੁਣ ROM ਪੜ੍ਹ ਰਿਹਾ, ਰੀਡ ਓਨਲੀ ਮੈਮਰੀ। ਹਰ ਇੱਕ ਕੰਪਿਊਟਰ ਵਿੱਚ ਕੁਛ ਨਾ ਪਰਮਾਨੈਂਟ ਇੰਸਟਰਕਸ਼ਨ ਹੁੰਦੀਆਂ ਨੇ ਤਾਂ ਕਿ ਉਹਨੂੰ ਕੰਪਿਊਟਰ ਨੂੰ ਚਲਾਇਆ ਜਾ ਸਕੇ। ਉਹ ਸਟਾਰਟਰ ਵਿੱਚ ਬਾਇਓਸ ਦੇ ਰੂਪ ਵਿੱਚ ਤੁਹਾਨੂੰ ਨਜ਼ਰ ਆਉਂਦੀਆਂ ਨੇ ਨਾ, ਉਹਨੂੰ ਆਪਾਂ ਚੇਂਜ ਨਹੀਂ ਕਰਦੇ ਬਾਰ-ਬਾਰ, ਕਾਫੀ ਹੱਦ ਤੱਕ ਉਸ ਤਰ੍ਹਾਂ ਹੀ ਰਹਿੰਦੀਆਂ ਨੇ, ਕਦੀ ਉਹਦੀ ਵੀ ਅਪਡੇਟ ਆ ਸਕਦੀ ਆ ਮਗਰ ਅਸੀਂ ਉਹਨੂੰ ਸਿੱਧਾ ਯੂਜ਼ ਨਹੀਂ ਕਰਦੇ ਹੈਗੇ। ਉਹ ਕੰਪਿਊਟਰ ਨੂੰ ਯੂਜ਼ ਕਰ ਰਿਹਾ ਹੁੰਦਾ ਆ ਆਪਣਾ ਡੇਟਾਬੇਸ ਬਣਾ ਕੇ ਉਹਨੂੰ ਚਲਾਉਣ ਲਈ, ਸਟਾਰਟਅਪ ਕਰਨ ਵਾਸਤੇ, ਤਾਂ ਕਿ ਸਟਾਰਟ ਹੋ ਜਾਏ ਉਸ ਤੋਂ ਬਾਅਦ ਜਿਹੜਾ ਤੁਸੀਂ ਆਪਰੇਟਿੰਗ ਸਿਸਟਮ ਹੋਏਗਾ ਉਹ ਚੱਲ ਪਏਗਾ। ROM is a type of a primary memory that store permanent instruction and data that are essential for the computer to startup ਕਰਨ ਵਾਸਤੇ। ਤੇ ਇਹ ਵੀ ਨੋਨ ਵੋਲੇਟਾਈਲ ਮੈਮਰੀ ਹੁੰਦੀ ਆ। ਕੰਟੈਂਟ ਰਿਟੇਨ, ਇਹ ਕਿਤੇ ਨਹੀਂ ਜਾਂਦੇ ਹੈਗੇ, ਇਹ ਹਰਦਮ ਰਹਿਣੇ। ਪਾਵਰ ਆਫ ਕਰ ਦੋ, ਔਨ ਕਰ ਦੋ, ਜਦੋਂ ਵੀ ਚਲਾਓਗੇ ਉਹ ਉੱਥੇ ਅਵੇਲੇਬਲ ਹੋਣਗੇ, ਕੰਪਿਊਟਰ ਨੂੰ ਸਟਾਰਟਅਪ ਕਰ ਦੇਣਗੇ। ਸਟਾਰਟਅਪ ਹੋਇਆ ਉਸ ਤੋਂ ਬਾਅਦ ਉਹ ਆਪਰੇਟਿੰਗ ਸਿਸਟਮ ਉਸ ਕੰਪਿਊਟਰ ਨੂੰ ਹੈਂਡਲ ਕਰ ਲੈਂਦਾ ਤੇ ਫਿਰ ਉਹ ਚੱਲ ਪੈਂਦਾ। ਫਿਰ ਉਹ ਫਰਦਰ ਆਪਾਂ ਹੋਰ ਵੀ ਸੌਫਟਵੇਅਰ ਪਾਏ ਹੁੰਦੇ ਨੇ ਮਗਰ ਹੁਣ ਆਪਾਂ ਸਮਝ ਕੇ ਚੱਲ ਰਹੇ ਹਾਂ ਕਿ RAM ਕੀ ਹੁੰਦਾ ਤੇ ROM ਕੀ ਹੁੰਦਾ। ਹੁਣ ਆ ਜੋ ਚੀਜ਼ਾਂ ਜਦੋਂ ਆਪਾਂ ਸਮਝ ਲਈਆਂ ਤੇ ਸਾਨੂੰ ਪ੍ਰਾਇਮਰੀ ਮੈਮਰੀ ਦਾ ਕੰਪਲੀਟ ਸਮਝ ਆ ਚੁੱਕੀ ਹੈ, ਕਨਸੈਪਟ ਸਾਡਾ ਕਲੀਅਰ ਹੋ ਗਿਆ। ਇਸ ਤੋਂ ਬਾਅਦ ਕੈਸ਼ੇ ਮੈਮਰੀ
ਵੀ ਚੱਲਦੀ ਹੈਗੀ ਆ। ਕਈ ਵਾਰ ਕੰਪਿਊਟਰ ਨੂੰ ਹੋਰ ਫਾਸਟ ਕਰਨ ਵਾਸਤੇ ਅਸੀਂ ਇਸ ਕਨਸੈਪਟ ਨੂੰ ਲੈ ਕੇ ਆਏ ਸੀ ਕਿ ਇਹ ਆਪਾਂ CPU ਤੇ ਮੇਨ ਮੈਮਰੀ ਦੇ ਵਿਚਕਾਰ ਚਲਾਉਣੇ ਹੈਗੇ ਆ ਤਾਂ ਕਿ ਉਹ ਕੰਪਿਊਟਰ ਸਾਡਾ ਹੋਰ ਫਾਸਟ ਹੋ ਸਕੇ। ਕਿਉਂਕਿ ਬਾਰ-ਬਾਰ ਬੱਚਿਓ ਇੱਕ ਗੱਲ ਆਉਂਦੀ ਆ ਕਿ ਕੰਪਿਊਟਰ ਦੇ ਨਜ਼ਰੀਏ ਵਿੱਚ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਹੁੰਦਾ ਕਿ ਅਸੀਂ ਚਾਹੁੰਦੇ ਹਾਂ ਕਿ ਕੰਪਿਊਟਰ ਸਾਡਾ ਬਹੁਤ ਫਾਸਟ ਹੋਵੇ। ਇਹ ਫਾਸਟ ਕਰਨ ਵਾਸਤੇ ਸਾਨੂੰ RAM ROM ਤੇ ਕੈਸ਼ੇ ਮੈਮਰੀ ਦੀ ਵੀ ਲੋੜ ਹੁੰਦੀ ਹੈ। ਕੈਸ਼ੇ ਮੈਮਰੀ ਰੋਲ ਅਦਾ ਕਰਦੀ ਹੈਗੀ ਹੈ ਕਿਹਦੇ ਵਿਚਕਾਰ, CPU ਤੇ ਮੇਨ ਮੈਮਰੀ ਦੇ ਵਿਚਕਾਰ, ਤਾਂ ਕਿ ਕੰਪਿਊਟਰ ਨੂੰ ਹੋਰ ਫਾਸਟ ਕੀਤਾ ਜਾ ਸਕੇ। ਹੁਣ ਆਪਾਂ ਕਿੰਨਾ ਕੁ ਸਮਝਣ ਦੀ ਕੋਸ਼ਿਸ਼ ਕੀਤੀ ਬੱਚੇ, ਆਪਾਂ ਅਲੱਗ-ਅਲੱਗ ਪ੍ਰਕਾਰ ਦੀ ਮੈਮਰੀ ਸਮਝੀਆਂ, ਪ੍ਰਾਇਮਰੀ ਤੇ ਸੈਕੰਡਰੀ ਸਮਝੀਆਂ, ਤੇ ਆਪਾਂ ਨਾਲ ਸਮਝਿਆ ਹੈਗੀਆਂ ਸੀ ਹਾਰਡ ਡਰਾਈਵ, ਜਿਹੜੇ ਕਿ ਹਾਰਡਵੇਅਰ ਕੰਪੋਨੈਂਟ ਕਿਹੜੇ-ਕਿਹੜੇ ਹੈਗੇ ਨੇ, ਇਨਪੁਟ ਦੇ ਹਿਸਾਬ ਨਾਲ, ਆਉਟਪੁੱਟ ਦੇ, ਤੇ ਉਹਦੇ ਵਿਚਕਾਰ ਕੀ ਲੱਗਾ ਸੀ, CPU, ਸੈਂਟਰਲ ਪ੍ਰੋਸੈਸਿੰਗ ਯੂਨਿਟ। ਹੁਣ ਆਹ ਸਾਰੀਆਂ ਚੀਜ਼ਾਂ ਜਦੋਂ ਸਾਨੂੰ ਸਮਝ ਆ ਗਿਆ ਕਿ ਹਾਰਡਵੇਅਰ ਕੀ ਹੁੰਦਾ ਹੈਗਾ, ਸਾਡਾ ਮੈਮਰੀ ਸਿਸਟਮ ਕੀ ਹੁੰਦਾ ਹੈਗਾ, ਤੇ ਸਾਡੇ ਲਈ ਬੜਾ ਆਸਾਨ ਹੋ ਜਾਂਦਾ ਹੈ ਕਿ ਆਉਣ ਵਾਲੇ ਕੁਐਸਚਨਸ ਨੂੰ ਤੇ ਕਨਸੈਪਟ ਨੂੰ ਆਪਾਂ ਸਮਝ ਲਈਏ। ਕੁਐਸਚਨ ਨੂੰ ਦੱਸਣ ਦਾ ਇੱਕ ਮੇਨ ਕਾਰਨ ਇਹ ਹੁੰਦਾ ਆ ਕਿ ਅਗਰ ਤੁਹਾਨੂੰ ਕੁਐਸਚਨ ਦੇ ਆਨਸਰ ਇੱਕਦਮ ਸਮਝ ਆ ਰਹੇ ਹੈਗੇ ਨੇ ਕਿ ਇਹ ਆਨਸਰ ਕਿਉਂ ਹੈਗਾ ਆ, ਤੇ ਇਹਦਾ ਮਤਲਬ ਕਲੀਅਰ ਹੋ ਜਾਂਦਾ ਹੈ ਕਿ ਉਸ ਬੱਚੇ ਨੇ ਕਨਸੈਪਟ ਨੂੰ ਬਹੁਤ ਡਿਟੇਲ ਵਿੱਚ ਸਮਝਿਆ ਹੈਗਾ, ਉਹਨੂੰ ਕੋਈ ਕਮੀ ਨਹੀਂ ਹੈ ਇਸ ਕਨਸੈਪਟ ਨੂੰ ਸਮਝਣ ਵਿੱਚ, ਤੇ ਫਿਰ ਉਹ ਬੜੀ ਆਸਾਨੀ ਨਾਲ ਸਮਝ ਲੈਂਦਾ ਹੈਗਾ। ਤੇ ਜੇ ਤੁਹਾਨੂੰ ਲੱਗਦਾ ਕਿ ਇਹ 'ਚ ਕੁਝ ਮੁਸ਼ਕਲ ਆ ਰਹੀ ਹੈਗੀ ਆ, ਤੇ ਇਹਦਾ ਮਤਲਬ ਕਿ ਤੁਸੀਂ ਇਹ ਕਨਸੈਪਟ ਨੂੰ ਹਜੇ ਨਹੀਂ ਸਮਝਿਆ ਕਿ ਹੁਣ ਆ ਕੁਐਸਚਨ ਬਹੁਤ ਵਾਰ ਰਿਪੀਟ ਹੋਇਆ ਹੈਗਾ ਆ, ਹਰ ਚੈਪਟਰ ਵਿੱਚ ਇਹਨੂੰ ਆਪਾਂ ਯੂਜ਼ ਕਰ ਰਹੇ ਹੈਗੇ ਸੀ ਕਿ which component is considered the brain of computer, ਉਹਦਾ ਦਿਮਾਗ ਕਿਹੜਾ ਹੈ। ਕੰਪਿਊਟਰ ਦਾ ਵੀ ਦੇਖੋ ਦਿਮਾਗ ਹੈਗਾ, ਤੇ ਦਿਮਾਗ ਆਪਾਂ ਕਿਹਨੂੰ ਕਹਿੰਦੇ ਹੈਗੇ। ਹੁਣ ਆਪਾਂ ਇਨਸਾਨ ਦੇ ਰੂਪ ਚ ਵੇਖੀਏ ਨਾ, ਆਪਾਂ ਇਨਪੁਟ ਲੈ ਰਹੇ ਹੁੰਦੇ, ਸਾਨੂੰ ਕੰਨਾਂ ਤੋਂ ਸੁਣਾਈ ਦੇ ਰਿਹਾ, ਅੱਖਾਂ ਤੋਂ ਦਿਖਾਈ ਦੇ ਰਿਹਾ ਹੈਗਾ, ਮਗਰ ਉਹਨੂੰ ਪ੍ਰੋਸੈਸ ਕੌਣ ਕਰ ਰਿਹਾ ਹੈਗਾ, ਉਹ ਜਿਹੜਾ ਕਰ ਰਿਹਾ ਉਹਨੂੰ ਆਪਾਂ ਬ੍ਰੇਨ ਕਹਿੰਦੇ ਹੈਗੇ। ਇਹ ਹਿਊਮਨ ਬ੍ਰੇਨ ਕਹਿਲਾਉਂਦਾ ਹੈਗਾ, ਜਾਨਵਰਾਂ ਕੋਲ ਵੀ ਬ੍ਰੇਨ ਹੁੰਦਾ, ਪਰ ਸਾਰੇ ਇਨਪੁਟ ਲੈ ਰਹੇ ਹੁੰਦੇ ਨਾ, ਇਨਪੁਟ ਲੈ ਰਹੇ ਨੇ ਤੇ ਉਹਦਾ ਯੂਜ਼ ਕਰ ਰਹੇ ਨੇ, ਉਹਨੂੰ ਪ੍ਰੋਸੈਸ ਕਰ ਰਹੇ ਹੁੰਦੇ ਨੇ ਉਸ ਸਿਸਟਮ ਨੂੰ ਸਮਝਣ ਲਈ। ਇਹ ਸੇਮ ਸਿਸਟਮ ਕੰਪਿਊਟਰ 'ਚ ਵੀ ਚੱਲਦਾ ਹੈਗਾ, ਪਰ ਫਿਰ ਉਹ ਕਿਹੜੀ ਚੀਜ਼ ਹੈਗੀ ਆ ਜਿਹਨੂੰ ਆਪਾਂ ਬ੍ਰੇਨ ਕਵਾਂਗੇ। ਇਨਪੁਟ ਡਿਵਾਈਸਿਸ ਨੂੰ ਨਹੀਂ ਕਵਾਂਗੇ, ਆਉਟਪੁੱਟ ਨੂੰ ਵੀ ਨਹੀਂ ਕਵਾਂਗੇ। ਜਿਸ ਤਰ੍ਹਾਂ ਇਨਸਾਨ ਜਿਹੜਾ ਅੱਖਾਂ ਨਾਲ ਵੇਖ ਰਿਹਾ, ਕੰਨਾਂ ਨਾਲ ਸੁਣ ਰਿਹਾ, ਇਹ ਤੇ ਇਨਪੁਟ ਹੋ ਗਿਆ ਨਾ, ਮੈਂ ਬੋਲ ਰਿਹਾ ਹੈਗਾ ਆ, ਇਹ ਆਉਟਪੁੱਟ ਹੋ ਗਿਆ। ਮਗਰ ਬ੍ਰੇਨ ਫਿਰ ਕਿਹੜਾ ਹੋਇਆ, ਬ੍ਰੇਨ ਤੇ ਉਹ ਹੈ ਨਾ ਜਿਹੜਾ ਇਸ ਸਾਰੀ ਚੀਜ਼ ਨੂੰ ਪ੍ਰੋਸੈਸ ਕਰ ਰਿਹਾ ਹੈਗਾ। ਤੇ ਫਿਰ ਇਹਦਾ ਨਾਂ ਹੀ ਤਾਂ ਕਰਕੇ ਆਪਾਂ ਕੀ ਰੱਖਿਆ, ਸੈਂਟਰਲ, ਸੈਂਟਰ ਵਿੱਚ ਹੁੰਦਾ ਨਾ, ਸੈਂਟਰਲ ਪ੍ਰੋਸੈਸਿੰਗ ਯੂਨਿਟ, ਇਹਨੂੰ ਆਪਾਂ ਕਹਿੰਦੇ ਆ CPU। ਇਹ ਸਾਡਾ ਕੀ ਹੈਗਾ ਆ, ਬ੍ਰੇਨ ਆ, ਦਿਮਾਗ ਆ, ਇਹਦੇ ਸਾਡਾ ਕੰਪਿਊਟਰ ਚੱਲ ਰਿਹਾ ਹੈਗਾ ਆ। ਅਗਰ ਆਪਾਂ ਕੰਪਿਊਟਰ ਨੂੰ ਚਲਾਉਣਾ ਹੈਗਾ ਆ ਤੇ ਸਮਝ ਲਓ ਕਿ ਆਪਾਂ ਕਿਸ ਤਰ੍ਹਾਂ ਚਲਾਉਣਾ ਹੈਗਾ ਆ, ਉਹਦੇ ਬ੍ਰੇਨ ਦੇ ਨਾਲ ਚਲਾਉਣਾ ਹੈਗਾ। ਸੈਕੰਡ ਕੁਐਸਚਨ ਆਉਂਦਾ ਹੈਗਾ ਕਿ which device allow user to enter data and commands into the computer। ਇਹ ਬਾਰ-ਬਾਰ ਰਿਪੀਟ ਹੁੰਦਾ ਕੁਐਸਚਨ ਕਿ ਉਹ ਕਿਹੜੀ ਡਿਵਾਈਸਸ ਹੈਗੀਆਂ ਨੇ ਜਿਹਦੇ ਨਾਲ ਡੇਟਾ ਨੂੰ ਐਂਟਰ ਕੀਤਾ ਜਾਂਦਾ ਹੈ, ਤੇ ਉਹ ਇਨਪੁਟ ਸਾਡੇ ਯੰਤਰ ਹੋ ਗਏ, ਡਿਵਾਈਸਸ ਹੋ ਗਿਆ, ਜਿਹਦੇ ਨਾਲ ਕਿ ਆਪਾਂ ਡੇਟਾ ਨੂੰ ਐਂਟਰ ਕਰ ਰਹੇ ਹੈਗੇ ਆ। ਤੇ ਇਹ ਕੁਐਸਚਨ ਵੀ ਸਾਡਾ ਕਲੀਅਰ ਹੈ ਕਿ ਜਿਨ੍ਹਾਂ ਨੇ ਆ ਡਿਟੇਲ ਚ ਪੜ੍ਹ ਲਿਆ ਅੱਜ, ਉਹਨਾਂ ਨੂੰ ਬਹੁਤ ਕਲੀਅਰ ਹੋ ਰਿਹਾ ਹੋਗਾ ਕਿ ਇਹਦਾ ਆਨਸਰ ਸਹੀ ਕਿਉਂ ਹੈਗਾ ਆ। ਪਰ ਪਿਆਰੇ ਬੱਚਿਓ, ਇਹਨੂੰ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਸਮਝਣਾ ਹੈਗਾ ਆ। ਆਬਜੈਕਟਿਵ ਕੁਐਸਚਨ, ਮਲਟੀਪਲ ਚੋਇਸ ਕੁਐਸਚਨ ਸਭ ਤੋਂ ਆਸਾਨ ਹੋ ਸਕਦੇ ਨੇ ਜੇ ਆਪਾਂ ਕਨਸੈਪਟ ਸਮਝ ਕੇ ਚੱਲੀਏ, ਤੇ ਸਭ ਤੋਂ ਮੁਸ਼ਕਲ ਹੋ ਸਕਦੇ ਨੇ ਜੇ ਸਾਨੂੰ ਕਨਸੈਪਟ ਰਟਿਆ ਹੋਇਆ ਹੋਵੇ, ਸਮਝਣ ਵਿੱਚ ਨਾ ਕਾਮਯਾਬ ਹੋਈਏ, ਤੇ ਫਿਰ ਸਾਨੂੰ ਇਹ ਮੁਸ਼ਕਲ ਲੱਗ ਰਹੇ ਹੋਣਗੇ। ਅਗਲਾ ਕੁਐਸਚਨ ਆਉਂਦਾ, what is the main function of memory system in computer। ਅੱਛਾ, ਮੈਮਰੀ ਸਿਸਟਮ ਹੁੰਦਾ ਹੀ ਕਿਉਂ, ਇਨਪੁਟ ਸਮਝ ਆ ਗਿਆ, ਆਉਟਪੁੱਟ ਸਮਝ ਆ ਗਿਆ, CPU ਵੀ ਸਮਝ ਆ ਗਿਆ, ਪਰ ਅਸੀਂ ਪੂਰਾ ਦਾ ਪੂਰਾ ਚੈਪਟਰ ਮੈਮਰੀ ਤੇ ਪੜ੍ਹਦੇ ਹੈਗੇ ਆ। ਕਿਉਂ, ਮੈਮਰੀ ਸਿਸਟਮ ਕੀ ਕਰ ਰਿਹਾ ਹੋਊਗਾ, ਉਹ ਡੇਟਾ ਨੂੰ ਸਟੋਰ ਕਰ ਰਿਹਾ ਤੇ ਰਿਟਰਾਈਵ ਕਰ ਰਿਹਾ ਹੈਗਾ, ਦੁਬਾਰਾ ਜਦੋਂ ਸਾਨੂੰ ਚਾਹੀਦਾ ਹੈਗਾ ਆ ਉਹ ਸਾਨੂੰ ਦੇ ਰਿਹਾ ਹੈਗਾ। ਇਹਦਾ ਮਤਲਬ ਪ੍ਰੋਸੈਸ ਇੰਸਟਰਕਸ਼ਨ ਨਹੀਂ ਕਰ ਰਿਹਾ, ਉਹ ਤਾਂ CPU ਕਰੂਗਾ ਨਾ। ਕੰਟਰੋਲ ਇਨਪੁਟ ਆਉਟਪੁੱਟ ਡਿਵਾਈਸਸ ਦੀ ਵੀ ਕੋਈ ਗੱਲ ਨਹੀਂ ਹੋ ਰਹੀ ਹੈਗੀ ਇਹਦੇ ਵਿੱਚ, ਪਰਫਾਰਮਿੰਗ ਕੈਲਕੂਲੇਸ਼ਨ ਦੀ ਵੀ ਗੱਲ ਕੋਈ ਨਹੀਂ ਹੋ ਰਹੀ ਹੈਗੀ। ਮੈਮਰੀ ਸਿਸਟਮ ਦਾ ਮੇਨ ਬੇਸਿਕ ਟਾਸਕ ਕੀ ਹੈਗਾ ਆ, ਉਹ ਹੈਗਾ ਸਟੋਰ ਕਰਨਾ ਡੇਟਾ ਨੂੰ ਤੇ ਰਿਟਰਾਈਵ ਕਰਨਾ, ਦੁਬਾਰਾ ਪ੍ਰੈਜ਼ੈਂਟ ਕਰ ਦੇਣਾ। ਇਹ ਆ, ਤੇ ਇਹਦੇ ਵਿੱਚ ਆਪਾਂ RAM ਵੀ ਪੜਿਆ, ROM ਵੀ ਪੜਿਆ, ਹਾਰਡ ਡਿਸਕ ਵੀ ਪੜ੍ਹੀ ਤੇ ਸੋਲਿਡ ਸਟੇਟ ਡਰਾਈਵ ਵੀ ਪੜ੍ਹੀ। ਤੇ ਆਹ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਮੈਮਰੀ ਵਿੱਚ ਹੁੰਦੀਆਂ ਨੇ, ਇਹਦਾ ਮੇਨ ਮਕਸਦ ਕੀ ਹੈਗਾ ਆ ਕਿ ਜਿਹੜਾ ਆਪਾਂ ਡੇਟਾ ਉਹਨੂੰ ਦੇ ਰਹੇ ਹੈਗੇ ਆ, ਉਹ ਉਹਨੂੰ ਸਟੋਰ ਕਰ ਲੈਂਦਾ ਹੈਗਾ ਆ ਤੇ ਬਾਅਦ ਵਿੱਚ ਉਹਨੂੰ ਪ੍ਰੈਜ਼ੈਂਟ ਕਰ ਦਿੰਦਾ ਹੈਗਾ ਆ। ਅਗਰ ਆਹ ਚੀਜ਼ਾਂ ਕਰਾਂਗੇ ਫਿਰ ਉਹ ਮੈਮਰੀ ਸਾਡੀ ਚੱਲੇਗੀ। ਬਿਨਾਂ ਮੈਮਰੀ ਦੇ ਕੰਪਿਊਟਰ ਚਲਾਉਣਾ ਆਲਮੋਸਟ ਨਾਮੁਮਕਿਨ ਹੋ ਜਾਏਗਾ, ਕਿਉਂਕਿ ਉਹ ਡੇਟਾ ਨੂੰ ਕਿਤੇ ਤੇ ਆਪਾਂ ਸਟੋਰ ਕਰਕੇ ਰੱਖਣਾ ਨਾ, ਫਿਰ ਉਹਨੂੰ ਦੁਬਾਰਾ ਪ੍ਰੈਜ਼ੈਂਟ ਕਰਨਾ। ਅੱਛਾ, ਅਗਲਾ ਕੁਐਸਚਨ ਆਉਂਦਾ ਹੈਗਾ ਵੋਲੇਟਾਈਲ ਮੈਮਰੀ। ਇਹ ਆਪਾਂ ਹੁਣੇ ਪੜ੍ਹ ਕੇ ਆਏ ਨਾ, ਜਿਨ੍ਹਾਂ ਨੇ ਪੜ੍ਹਿਆ ਉਹਨਾਂ ਵਾਸਤੇ ਇੱਕਦਮ ਯਾਦ ਆ ਗਿਆ ਹੋਊਗਾ ਕਿ ਰੈਂਡਮ ਐਕਸੈਸ ਮੈਮਰੀ। ਅੱਛਾ, ਇਹ ਜਦੋਂ ਲਾਈਟ ਚਲੀ ਜਾਏਗੀ ਫਿਰ ਕੀ ਹੋਏਗਾ,
ये वॉश आउट हो जाएगी ना, इसी करके वोलेटाइल क्या ना रोम नहीं होएगी ना। ਹੁਣ ਇਹਦੇ ਵਿੱਚ ਰੋਮ ਤੇ ਰੈਮ ਵਿੱਚ ਸਭ ਤੋਂ ਜ਼ਿਆਦਾ ਕਨਫਿਊਜ਼ਨ ਹੋਏਗੀ, ਕੈਸ਼ੇਜ ਨਹੀਂ ਹੋਏਗੀ, ਫਲੈਸ਼ ਨਹੀਂ ਹੋਏਗੀ। ਇਹ ਬੱਚੇ ਕਨਸੈਪਟ ਸਮਝ ਲੈਂਦੇ ਹੈਗੇ ਨੇ। ਇਹ ਜਦੋਂ ਕੁਐਸਚਨ ਆਉਂਦਾ ਹੈਗਾ ਆ ਕਨਫਿਊਜ਼ਨ ਹੁੰਦੀ ਹੈ ਰੋਮ ਤੇ ਰੈਮ 'ਚ। ਪਰ ਬਹੁਤ ਕਲੀਅਰ ਰੱਖੋ, ਜਿਹੜੀ ਰੋਮ ਆ ਉਹ ਨॉन ਵੋਲੇਟਾਈਲ ਹੈਗੀ ਆ, ਜਿਹੜੀ ਰੈਮ ਆ ਵੋਲੇਟਾਈਲ ਹੈਗੀ ਆ। ਲਾਈਟ ਜਾਂਦੀ ਆ, ਬੰਦ ਹੋ ਜਾਂਦਾ ਸਿਸਟਮ, ਸਾਡਾ ਪਾਵਰ ਆਫ ਅਸੀਂ ਕਰਦੇ ਕੰਪਿਊਟਰ ਦਾ, ਰੈਮ ਵਾਸ਼ ਆਊਟ ਹੋ ਜਾਂਦੀ ਹੈਗੀ ਆ, ਉਹ ਸਾਰਾ ਡੇਟਾ ਉਹ ਚੋਂ ਨਿਕਲ ਜਾਂਦਾ ਹੈਗਾ ਆ। ਮਗਰ ਰੋਮ ਵਿੱਚ ਹਰਦਮ ਡੇਟਾ ਰਹਿੰਦਾ ਹੈਗਾ ਆ, ਉਹਦੀ ਇੰਸਟਰਕਸ਼ਨ ਕਿਤੇ ਖਤਮ ਨਹੀਂ ਹੁੰਦੀਆਂ ਹੈਗੀਆਂ। ਡੇਟਾ ਲਾਈਟ ਬੰਦ ਹੋਣ ਨਾਲ, ਪਾਵਰ ਆਫ ਹੋਣ ਨਾਲ, ਕੰਪਿਊਟਰ ਨੂੰ ਰੀਸਟਾਰਟ ਕਰਨ ਨਾਲ, ਮੋਬਾਈਲ ਨੂੰ ਰੀਸਟਾਰਟ ਕਰਨ ਨਾਲ ਉਹ ਡੇਟਾ ਉੱਥੇ ਰਹਿੰਦਾ ਹੈਗਾ। ਤੇ ਇਹ ਕੁਐਸਚਨ ਵਿੱਚ ਆਨਸਰ ਕੀ ਬਣਿਆ ਫਿਰ ਸਾਡਾ ਰੈਮ ਬਣਿਆ ਹੈਗਾ। ਇਹਨੂੰ ਤੁਸੀਂ ਬਹੁਤ ਧਿਆਨ ਨਾਲ ਸਮਝਣਾ, ਰੋਮ ਤੇ ਰੈਮ ਦਾ ਫਰਕ ਵੀ ਆ ਜਾਂਦਾ ਹੁੰਦਾ ਜੇ। ਉਹ ਫਰਕ ਜਿਨ੍ਹਾਂ ਨੇ ਇਹ ਕੁਐਸਚਨ ਚੰਗੀ ਤਰ੍ਹਾਂ ਸਮਝਿਆ ਉਹਨਾਂ ਵਾਸਤੇ ਫਿਰ ਬੜਾ ਆਸਾਨ ਹੋ ਜਾਂਦਾ ਹੈਗਾ ਆ। which memory type retain its data even when the power turn off? ਕੀ ਹੋਣਾ ਕੁਐਸਚਨ ਕਰਨ ਦੀ ਲੋੜ ਹੈ ਸਾਨੂੰ। ਹੁਣ ਤੇ ਬਿਲਕੁਲ ਸਮਝ ਆ ਰਿਹਾ ਹੋਊਗਾ ਨਾ ਜਿਹੜੇ ਬੱਚੇ ਨੇ ਪੜ੍ਹਿਆ ਹੈਗਾ। ਵੇਖੋ ਕਨਸੈਪਟ ਸਮਝਣ ਦਾ ਉਹੀ ਮਜ਼ਾ ਹੈਗਾ ਕਿ ਤੁਹਾਨੂੰ ਇੱਕਦਮ ਆਨਸਰ ਤੁਹਾਨੂੰ ਸਮਝ ਆਉਂਦਾ ਹੈਗਾ ਕਿ ਆਨਸਰ ਰੋਮ ਕਿਉਂ ਹੈਗਾ, ਰੈਮ ਕਿਉਂ ਨਹੀਂ ਹੈਗਾ। ਠੀਕ ਹੈ ਨਾ, ਹੁਣ ਇਹ ਆਨਸਰ ਆਪਾਂ ਦਿੱਤਾ ਨਾ, ਇਹ ਫਿਰ ਇਹਦਾ ਆਨਸਰ ਇਹ ਵੀ ਹੋਇਆ ਨਾ ਕਿ ਨॉन ਵੋਲੇਟਾਈਲ ਹੈਗੀ ਆ। ਨॉन ਵੋਲੇਟਾਈਲ ਅਗਰ ਕੁਐਸਚਨ ਚ ਆਉਂਦਾ ਤੇ ਆਪਾਂ ਰੋਮ ਕਹਾਂਗੇ। ਪਾਵਰ ਆਫ ਹੋਣ ਨਾਲ ਜਿਹੜੀ ਮੈਮਰੀ ਵਾਸ਼ ਆਊਟ ਨਹੀਂ ਹੁੰਦੀ ਹੈਗੀ, ਰਿਟੇਨ ਰਹਿੰਦੀ ਹੈਗੀ ਆ, ਉਹਨੂੰ ਆਪਾਂ ਰੋਮ ਕਹਿੰਦੇ ਹੈਗੇ। ਹਰ ਮੋਬਾਈਲ ਸਿਸਟਮ ਨੂੰ, ਹਰ ਕੰਪਿਊਟਰ ਸਿਸਟਮ ਨੂੰ ਚਲਾਉਣ ਲਈ ਰੋਮ ਦੀ ਲੋੜ ਹੁੰਦੀ ਹੈ। ਬੇਸਿਕ ਇੰਸਟਰਕਸ਼ਨ ਹੁੰਦੀ ਹੈ ਬਾਇਓਸ ਦੇ ਵਿੱਚ, ਤੁਸੀਂ ਚੈੱਕ ਕਰਿਓ ਕੀ ਹੁੰਦਾ ਹੈ, ਤੁਹਾਨੂੰ ਸਮਝ ਆਏਗਾ। ਵਿਚ ਮੈਮਰੀ ਲੈਵਲ ਕਲੋਜ਼ਰ ਟੂ ਦਾ CPU, ਹੁਣੇ ਪੜਿਆ ਸੀ ਨਾ ਆਪਾਂ, ਕਿਉਂਕਿ ਸਭ ਤੋਂ ਲਾਗੇ ਕਿਹੜੀ ਪ੍ਰੋਵਾਈਡ ਕਰੂਗੀ, ਜਿਹੜਾ ਫਾਸਟ ਐਕਸੈਸ ਦੇਊਗੀ ਉਹ ਪ੍ਰਾਇਮਰੀ ਮੈਮਰੀ ਹੈਗੀ ਆ। ਠੀਕ ਹੈ ਨਾ, ਇਹਨੂੰ ਆਪਾਂ ਸਮਝ ਲੈਣਾ ਹੈਗਾ ਆ ਕਿ ਉਹ ਪ੍ਰਾਇਮਰੀ ਮੈਮਰੀ ਹੈਗੀ ਆ, ਸੈਕੰਡਰੀ ਨਹੀਂ ਆ। ਇਹ क्वेश्चन भी आਉਂਦਾ ਹੈਗਾ ਕਿ ਮੈਮਰੀ ਤੇ ਸੈਕੰਡਰੀ ਮੈਮਰੀ ਚ ਡਿਫਰੈਂਸ ਕੀ ਹੈਗਾ। ਅਗਰ ਆਪ ਕੁਝ ਬੇਸਿਕ ਕਨਸੈਪਟ ਆਪਾਂ ਸਮਝੇ ਹੋਵਾਂਗੇ ਨਾ, ਸਾਡੇ ਲਈ ਬੜਾ ਆਸਾਨ ਹੋ ਜਾਂਦਾ ਹੈ ਕਿ ਅਸੀਂ ਬੜੀ ਆਸਾਨੀ ਦੇ ਨਾਲ ਦੱਸ ਦਿੰਨੇ ਆ ਕਿ ਇਹਦਾ ਆਨਸਰ ਕੀ ਹੈਗਾ। ਹੁਣ ਬੱਚੇ ਟਰੂ ਐਂਡ ਫਾਲਸ ਮੇਰਾ ਫੇਵਰਿਟ ਚੀਜ਼ ਹੈਗੀ ਆ, ਕਿਉਂਕਿ ਮੈਂ ਕਹਿੰਦਾ ਹੁੰਦਾ ਕਿ ਜਿਹੜੇ ਬੱਚੇ ਨੂੰ ਟਰੂ ਐਂਡ ਫਾਲਸ ਸਮਝ ਆ ਰਹੇ ਹੈਗੇ ਨੇ ਉਹ ਕਿਤੇ ਨਾ ਕਿਤੇ ਕਿਉਂ ਸਮਝ ਆ ਰਹੇ ਹੋਣਗੇ, ਕਿਉਂਕਿ ਉਹਨੂੰ ਕਨਸੈਪਟ ਸਮਝ ਆ ਚੁੱਕਿਆ। ਜਿਹੜਾ ਕਨਸੈਪਟ ਸਮਝ ਗਿਆ ਉਹਦੇ ਲਈ ਬੜਾ ਆਸਾਨ ਹੋ ਜਾਂਦਾ ਆ ਕਿ ਉਹ ਸਮਝ ਲਵੇ ਕਿ ਇਹਦਾ ਆਨਸਰ ਟਰੂ ਕਿਉਂ ਆ ਜਾਂ ਫਾਲਸ ਕਿਉਂ ਹੈਗਾ ਆ। ਉਹ ਤੁਹਾਨੂੰ ਸਮਝਣ ਵਿੱਚ ਆਸਾਨੀ ਹੋ ਜਾਂਦੀ ਹੈਗੀ। ਹੁਣ ਆਪਾਂ ਕੁਐਸਚਨ ਕਰ ਰਹੇ ਹਾਂ ਦਾ ਮਦਰਬੋਰਡ ਕਨੈਕਟ ਐਂਡ ਅਲਾਓ ਕਮਿਊਨੀਕੇਸ਼ਨ ਬਿਟਵੀਨ ਹਾਰਡਵੇਅਰ ਐਂਡ ਕੰਪੋਨੈਂਟ। ਜਿਹੜੇ ਹਾਰਡਵੇਅਰ ਦੇ ਸਾਰੇ ਕੰਪੋਨੈਂਟ ਹੈ ਬੱਚੇ, ਉਹ ਲੱਗਣਗੇ ਕਿੱਥੇ? ਉਹਨੂੰ ਮਦਰਬੋਰਡ ਕਹਿੰਦੇ ਹੀ ਤਾਂ ਕਰਕੇ ਬੱਚੇ ਕਿ ਸਾਰਿਆਂ ਦਾ ਕਨੈਕਸ਼ਨ ਉਸ ਬੋਰਡ ਦੇ ਨਾਲ ਹੁੰਦਾ, ਇਸੇ ਕਰਕੇ ਉਹਦਾ ਨਾਮ ਮਦਰਬੋਰਡ ਹੈਗਾ। ਜਿਹਦਾ ਘਰ ਵਿੱਚ ਸਾਰੇ ਕਨੈਕਟ ਹੁੰਦੇ ਨਾ ਮਦਰ ਦੇ ਨਾਲ, ਉਸੇ ਤਰ੍ਹਾਂ ਇੱਕ ਬੋਰਡ ਹਰ ਇੱਕ ਮੋਬਾਈਲ 'ਚ, ਹਰ ਇੱਕ ਕੰਪਿਊਟਰ 'ਚ ਹੋਏਗਾ, ਜਿੰਨਾ ਸਾਰੀ ਡਿਵਾਈਸਿਸ, ਸਾਰੀ ਵਾਇਰਸ ਉਹਦੇ ਨਾਲ ਕਨੈਕਟ ਹੋ ਰਹੇ ਹੋਣਗੇ। CPU ਵੀ ਉਹ 'ਚ ਲੱਗਾ ਹੋਏਗਾ, ਸਾਊਂਡ ਕਾਰਡ ਵੀ ਉਹ 'ਚ ਲੱਗਾ ਹੋਏਗਾ, ਵੀਡੀਓ, GPU, ਸਾਰੀ USB, ਸਾਰੇ ਜਿੰਨੇ ਵੀ HDMI ਹੈ, VGA, ਸਭ ਕੁਝ ਕਿੱਥੇ ਲੱਗਾ ਹੋਏਗਾ? ਉਹ ਸਾਰੇ ਕੰਪੋਨੈਂਟ ਮਦਰਬੋਰਡ ਨਾਲ ਕਨੈਕਟ ਕਰ ਰਹੇ ਹੋਣਗੇ, ਇਸ ਕਰਕੇ ਉਹਨੂੰ ਮਦਰਬੋਰਡ ਕਹਿੰਦੇ ਆ। ਤੇ ਫਿਰ ਇਹਦਾ ਆਨਸਰ ਇਹ ਸਹੀ ਹੋ ਗਿਆ। ਦ ਮਦਰਬੋਰਡ ਕਨੈਕਟ ਐਂਡ ਅਲਾਓ ਕਮਿਊਨੀਕੇਸ਼ਨ ਬਿਟਵੀਨ ਹਾਰਡਵੇਅਰ ਕੰਪੋਨੈਂਟ। ਵੱਖਰੇ ਵੱਖਰੇ ਹਾਰਡਵੇਅਰ ਕੰਪੋਨੈਂਟ ਵਿੱਚ ਉਹਦੀ ਕਮਿਊਨੀਕੇਸ਼ਨ ਕੌਣ ਸਥਾਪਿਤ ਕਰਦਾ ਹੈਗਾ? ਮਦਰਬੋਰਡ। ਸਾਰੇ ਦੇ ਸਾਰੇ ਮਦਰਬੋਰਡ ਨਾਲ ਲੱਗੇ ਹੁੰਦੇ ਆ, ਇਸ ਕਰਕੇ ਆਪਾਂ ਇਹ ਕੁਐਸਚਨ ਦਾ ਆਨਸਰ ਕੀ ਕੀਤਾ? ਮਦਰਬੋਰਡ। ਸਾਊਂਡ ਕਾਰਡ ਵਿੱਚ ਕੀ ਪ੍ਰੋਸੈਸ ਕਰੇਗਾ ਤੇ ਆउटपुट ਕੀ ਦੇਗਾ? ਆਡੀਓ ਸਿਗਨਲ ਦੇਗਾ ਨਾ, ਤੇ ਇਸ ਕਰਕੇ ਆਨਸਰ ਹੋ ਗਿਆ ਟਰੂ ਕਿ ਆਡੀਓ ਸਿਗਨਲ ਅਗਰ ਉਹ ਪ੍ਰੋਸੈਸ ਕਰ ਰਿਹਾ ਹੈਗਾ ਆ, ਸਾਨੂੰ ਆउटपुट ਦੇ ਰੂਪ ਚ ਦੇ ਰਿਹਾ ਹੈਗਾ ਆ, ਤੇ ਇਹੋ ਕੰਮ ਹੈਗਾ ਸੀ ਸਾਡੇ ਮੇਨ ਕੰਮ ਕਿਹਦਾ ਸੀ? ਸਾਊਂਡ ਕਾਰਡ ਦਾ। ਵੀਡੀਓ ਕਾਰਡ ਕੀ ਕਰੂਗਾ? ਵੀਡੀਓ। ਤੇ ਆਡੀਓ ਕਾਰਡ ਕੀ ਕਰੇਗਾ? ਆਡੀਓ। ਹੁਣ ਦ ਮੇਨ ਫੰਕਸ਼ਨ ਆਫ ਆउटपुट ਡਿਵਾਈਸਿਸ ਸਟੋਰ ਡੇਟਾ ਨਾ, ਗਲਤ ਹੋ ਗਿਆ ਬੱਚੇ। ਆउटपुट ਦਾ ਕੰਮ ਤੇ ਸਟੋਰ ਡੇਟਾ ਨਹੀਂ ਨਾ ਹੋਏਗਾ, ਉਹ ਤਾਂ ਮੈਮਰੀ ਸਿਸਟਮ ਦਾ ਹੈਗਾ, ਪੜਿਆ ਨਾ। ਫਰਮ ਇਜ਼ ਵੋਲੇਟਾਈਲ ਮੈਮਰੀ, नो, ਵੋਲੇਟਾਈਲ ਆਪਾਂ ਹੁਣੇ ਪੜਿਆ, ਇਹ ਗਲਤ ਹੋ ਗਿਆ ਕੁਐਸਚਨ ਦਾ ਆਨਸਰ। ਇਹ ਸਾਨੂੰ ਪਤਾ ਹੋਣਾ ਚਾਹੀਦਾ ਨਾ ਕਿ ਗਲਤ ਕਿਉਂ ਹੋਇਆ। ਹੁਣੇ ਆਪਾਂ ਕੁਐਸਚਨ ਕਰਤੇ, ਸਾਨੂੰ ਪਤਾ ਨਾ ਵੋਲੇਟਾਈਲ ਮੈਮਰੀ ਕਿਹੜੀ ਹੁੰਦੀ, ਫਰਮਵੇਅਰ ਤਾਂ ਨਹੀਂ ਹੁੰਦਾ ਹੈਗਾ, ਇਹ ਆਨਸਰ ਗਲਤ ਹੋ ਗਿਆ। ਵਾਇਰਲੈਸ ਅਡਾਪਟਰ ਅਲਾਓ ਕੰਪਿਊਟਰ ਟੂ ਕਨੈਕਟ ਵਾਇਰਲੈਸਲੀ, ਬਿਲਕੁਲ ਸਹੀ ਹੈ। ਵਾਇਰਲੈਸ ਦਾ ਕੰਮ ਹੀ ਹੋਆ ਨਾ, ਵਾਈਫਾਈ ਜਿਸ ਤਰ੍ਹਾਂ ਆਪਾਂ ਵੇਖਦੇ ਹੈਗੇ ਕਿ ਉਹ ਵਾਇਰਲੈਸਲੀ ਕਨੈਕਟ ਕਰ ਦਿੰਦੇ ਹੈਗੇ ਨੇ। ਤੇ ਇਹ ਆਪਾਂ ਕੁਐਸਚਨ ਦਾ ਫਲੈਸ਼ ਮੈਮਰੀ ਅਲਾਓ ਫॉर ਅ ਨॉन ਵੋਲੇਟਾਈਲ ਸਟੋਰੇਜ ਵਿਦ ਅ ਹਾਈ ਕੈਪੈਸਿਟੀ ਐਂਡ ਫਾਸਟ ਐਕਸੈਸ, yes true ਹੈਗਾ ਆ। RAM is a typical used to store operating system and firmware, ਨਹੀਂ RAM ਤੇ ਨਹੀਂ ਯੂਜ਼ ਕੀਤਾ ਜਾਂਦਾ ਆਪਰੇਟਿੰਗ ਸਿਸਟਮ ਤੇ ਫਰਮਵੇਅਰ ਨੂੰ, ਉਹ ਤੇ ਰੈਂਡਮ ਐਕਸੈਸ ਮੈਮਰੀ ਹੈਗੀ, ਉਹ ਤੇ ਲਾਈਟ ਜਾਂਦੇ ਹੀ ਵਾਸ਼ ਆਊਟ ਹੋ ਜਾਣੀ ਹੈ, ਤੇ ਉਹ ਤੇ ਗਲਤ ਹੋ ਗਿਆ। ਅੱਛਾ SSD एग्जाम्पल ਕਾਹਦਾ? ਸੈਕੰਡਰੀ ਮੈਮਰੀ ਦਾ। HSD ਵੀ ਹੈਗਾ, SSD ਵੀ ਹੈਗਾ ਆ, ਇਹ ਦੋਵੇਂ ਆਪਾਂ ਪੜ੍ਹੇ ਸੀ ਨਾ, ਤੇ ਸਹੀ ਆਨਸਰ ਹੋਗਾ ਆਪਟੀਕਲ ਡਿਵਾਈਸ ਵੀ ਹੋ ਗਿਆ। ਮੈਗਨੇਟਿਕ डिस्क ड्राइव प्रोवाइड फास्टर एक्सेस स्पीड कंपेयर टू सॉलिड स्टेट ड्राइव, नहीं
ਸੋਲਿਡ ਸਟੇਟ ਡਰਾਈਵ ਜਿਹੜੀ ਹੈਗੀ ਆ ਉਹ ਫਾਸਟ ਐਕਸੈਸ ਦਿੰਦੀ ਹੈਗੀ ਆ, ਨਾ ਕਿ ਉਹ। ਆਖਰੀ ਕੁਐਸਚਨ ਵੇਖੀਏ, ਕੈਸ਼ੇ ਮੈਮਰੀ ਰਿਸਪੌਂਸਿਬਲ ਫॉर ਹੋਲਡਿੰਗ ਐਂਡ ਕਰੰਟ ਪ੍ਰੋਗਰਾਮ ਇੰਸਟਰਕਸ਼ਨ ਐਂਡ ਡੇਟਾ ਡਿਊਰਿੰਗ ਪ੍ਰੋਸੈਸਿੰਗ। ਹਾਂ ਬੱਚੇ, ਇਹ ਟਰੂ ਗੱਲ ਹੈਗੀ ਆ, ਇਹੋ ਹੀ ਉਹਦਾ ਕੰਮ ਹੈਗਾ ਸੀ। ਤੇ ਹੁਣ ਜਦੋਂ ਆਪਾਂ ਇਹ ਕੁਐਸਚਨ ਆਨਸਰ ਪੜ੍ਹ ਲਿਆ ਗਿਆ, ਸਾਨੂੰ ਸਾਰਾ ਕਨਸੈਪਟ ਕਲੀਅਰ ਹੋ ਗਿਆ ਹੈਗਾ ਆ ਕਿ ਕਿਸ ਤਰ੍ਹਾਂ ਹੋ ਰਿਹਾ ਸੀ। ਤੇ ਪਿਆਰੇ ਬੱਚਿਓ, ਇਸੇ ਤਰ੍ਹਾਂ ਆਪਾਂ ਸਾਰੇ ਸਿਸਟਮ ਨੂੰ ਪੜ੍ਹਨਾ। ਅੱਜ ਅਸੀਂ 2 ਚੈਪਟਰ ਹਾਰਡਵੇਅਰ ਕਨਸੈਪਟ, ਮੈਮਰੀ ਸਿਸਟਮ ਆਫ ਕੰਪਿਊਟਰ ਪੜ੍ਹਿਆ। ਸਾਨੂੰ ਕਨਸੈਪਟ ਸਾਰਾ ਕਲੀਅਰ ਹੋ ਗਿਆ ਹੋਣਾ। ਅਗਰ ਆ 2 ਚੀਜ਼ਾਂ ਆਪਾਂ ਪੜ੍ਹ ਲਿਆ ਗਿਆ ਤੇ ਸਾਨੂੰ ਕੰਪਿਊਟਰ ਸਿਸਟਮ ਨੂੰ ਪੜ੍ਹਨ ਵਿੱਚ ਬਹੁਤ ਮਦਦ ਮਿਲੀ ਹੋਏਗੀ। ਤੇ ਪਿਆਰੇ ਬੱਚਿਓ, ਇਸ ਤਰ੍ਹਾਂ ਹੀ ਤੁਸੀਂ ਪੜ੍ਹਦੇ ਰਹਿਣਾ ਹੈਗਾ ਆ। ਜੈ ਹਿੰਦ, ਧੰਨਵਾਦ।